गुरु गुरु है बाणी, बिच बाणी अमृत सारे। गुरबाणी कहे सेवक जन मानै, परतख गुरु निस्तारे। गुरबाणी कहे सेवक जन मानै, परतख गुरु निस्तारे। वाहिगुरु साहिब जी सारंग एक ओंकार, सतगुर प्रसाद। तै नर क्या पुराण सुन कीना, अन पावनी भगत नहीं उपजी। भूखे दान ना दीना, तै नर क्या पुराण सुन कीना। अन पावनी भगत नहीं उपजी। भूखे दान ना दीना रहाओ। काम ना विसरियो क्रोध ना विसरियो, लोभ ना छूटियो देवा। पर निंदा मुख ते नहीं छूटी, निफल भई सब सेवा। बाट पार घर मूस बिरानो, पेट भरे अपराधी। जेह पर लोक जाए आप कीरत, सोई अविद्या साधी। हिंसा तो मन ते नहीं छूटी, जी दया नहीं पाली। परमानंद साध संगत मिल, कथा पुनीत न चाली। परमानंद साध संगत मिल, कथा पुनीत न चाली। परम सत्कार जोग श्री गुरु ग्रंथ साहिब जी की पावन पवित्र हजूरी अंदर अमृत वेले दीवाना की हाज़री पर रहे सत्कारयोग वडभागी सतसंगी जनों, आओ कुछ समा सतगुरु जी की पावन गुरबाणी विचार नाल सांझ पाइए। पावन विचारां नाल जुड़न तो पहला अपनी रसना नूं करिए पवित्र। गज के आखो वाहिगुरु जी का खालसा, वाहिगुरु जी की फतेह। आप जी ने जिस पावन शब्द का पाठ श्रवण किया है, ये पावन शब्द भगत परमानंद जी की रसना तो उच्चारण किया होया श्री गुरु ग्रंथ साहिब जी के पावन अंक 1253 राग सारंग दे विच दर्ज है। अज असी भगत परमानंद जी के पावन शब्द की विचार सांझी करांगे। भगत परमानंद जी का इको एक शब्द जिहड़ा श्री गुरु ग्रंथ साहिब विच दर्ज है, उन्हां दा होर कोई भी शब्द जिहड़ा गुरु ग्रंथ साहिब विच नहीं है। ते सिर्फ एक शब्द जिहड़ा उन्होंने उच्चारण किया है राग सारंग दे विच सतगुरु पातशाह जी ने दर्ज किया है। भगत परमानंद जी जिहड़े ना जात दे ब्राह्मण, जिमें इतिहासकारां विद्वानां वल्लों दस्सिया जांदा आ कि वो जात दे जिहड़े ब्राह्मण सन ते उत्तर प्रदेश दे इलाके विच कनौज नां दा इलाका है जिथे वो पैदा होए ने। ते यह भी मन्निया जाता है कि जिहड़े भगत परमानंद जी वो विष्णु के श्रद्धालु सन।
ਹੁਣ ਵੇਖੋ ਗੁਰੂ ਪਿਆਰ ਵਾਲਿਓ, ਜਿੰਨੇ ਕੁ ਭਗਤਾਂ ਦੀ ਪਾਵਨ ਬਾਣੀ ਦੀ ਵਿਚਾਰ ਅਸੀਂ ਕੀਤੀ ਹੈ, ਉਹਦੇ ਵਿੱਚੋਂ ਕੁਝ ਭਗਤ ਜਿਹੜੇ ਵੇਖੋ ਦੇਵੀ ਦੇਵਤਿਆਂ ਦੇ ਭਗਤ ਸਨ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ, ਪਰ ਜਦੋਂ ਉਹਨਾਂ ਨੂੰ ਆਪਣੇ ਜੀਵਨ ਅੰਦਰ ਸਮਝ ਆਈ, ਰੱਬੀ ਗਿਆਨ ਬਾਰੇ ਪਤਾ ਲੱਗਾ, ਉਹਨਾਂ ਨੇ ਉਹ ਸਾਰੀਆਂ ਪੂਜਾ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਪਰਮੇਸ਼ਰ ਵਾਹਿਗੁਰੂ ਦੇ ਨਾਲ ਆਪਣੇ ਜੀਵਨ ਨੂੰ ਜੋੜਿਆ, ਇੱਕ ਮਾਲਕ ਦਾ ਆਸਰਾ ਜਿਹੜਾ ਆਪਣੇ ਜੀਵਨ ਦੇ ਵਿੱਚ ਰੱਖਿਆ। ਭਗਤ ਪਰਮਾਨੰਦ ਜੀ ਅੱਜ ਇਸ ਪਾਵਨ ਸ਼ਬਦ ਵਿੱਚ ਕੀ ਵਿਚਾਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਾਲਕ ਜੀ ਬਚਨ ਕਰਦੇ ਨੇ, ਰਾਗ ਸਾਰੰਗ। ਇਹ ਸਾਰੰਗ ਜਿਹੜਾ ਰਾਗ ਦਾ ਨਾਮ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਨੇ। 31 ਰਾਗਾਂ ਦੇ ਵਿੱਚੋਂ ਸਾਰੰਗ ਜਿਹੜਾ ਇਹ ਵੀ ਰਾਗ ਹੈ। ਅੱਗੇ ਬਚਨ ਕਰਦੇ ਨੇ, ਇੱਕ ਓੰਕਾਰ, ਕਿ ਪਰਮਾਤਮਾ ਇੱਕ ਹੈ ਜਿਹੜਾ ਕਿ ਸਾਰਿਆਂ ਵਿੱਚ ਵਿਆਪਕ ਹੈ। ਸਤ ਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਦਾ ਰਹਿਣ ਵਾਲਾ ਹੈ। ਉਹ ਕਿਵੇਂ ਮਿਲਦਾ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਤੂੰ ਉਹਨੂੰ ਪ੍ਰਾਪਤ ਕਰ ਸਕਦਾ ਆ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਦਾ ਰਹਿਣ ਵਾਲਾ, ਕਦੇ ਨਾਸ਼ ਨਹੀਂ ਹੋਣ ਵਾਲਾ ਹੈ, ਉਹ ਜੂਨਾਂ ਤੋਂ ਰਹਿਤ ਹੈ, ਉਹ ਸੱਚ ਹੈ। ਗੁਰੂ ਦੀ ਕਿਰਪਾ ਦੇ ਨਾਲ ਤੂੰ ਪ੍ਰਾਪਤ ਕਰ ਸਕਦਾ ਆ। ਭਗਤ ਪਰਮਾਨੰਦ ਜੀ ਰਹਾਉ ਵਾਲੇ ਬੰਦ ਵਿੱਚ ਬਚਨ ਕਰਦੇ ਨੇ, ਤੈ ਨਰ ਕਿਆ ਪੁਰਾਨ ਸੁਨ ਕੀਨਾ। ਕਹਿੰਦੇ, ਹੇ ਮਨੁੱਖ, ਪੁਰਾਣ ਆਦਿ ਧਾਰਮਿਕ ਪੁਸਤਕਾਂ ਸੁਣ ਕੇ ਤੂੰ ਕੀ ਖੱਟਿਆ? ਕਹਿੰਦੇ, ਤੂੰ ਖੱਟਿਆ ਤਾਂ ਕੁਝ ਵੀ ਨਹੀਂ। ਇੰਨੀਆਂ ਤੂੰ ਧਾਰਮਿਕ ਪੁਸਤਕਾਂ, ਇੰਨੇ ਤੂੰ ਪੁਰਾਣ ਸੁਣਦਾ ਰਿਹਾ, ਧਾਰਮਿਕ ਪੁਸਤਕਾਂ ਪੜ੍ਹਦਾ ਰਿਹਾ, ਤੂੰ ਜੀਵਨ ਦੇ ਅੰਦਰ ਲਾਹਾ ਤਾਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਪੁਰਾਣ ਦਾ ਅਰਥ ਕੀ ਆ? ਪੁਰਾਣ ਹਿੰਦੂ ਮਤ ਦੇ ਅੰਦਰ ਉਹਨਾਂ ਦੇ ਧਾਰਮਿਕ ਗ੍ਰੰਥ ਨੇ, 18 ਪੁਰਾਣ। ਅਨ ਪਾਵਨੀ ਭਗਤ ਨਹੀਂ ਉਪਜੀ। ਕਹਿੰਦੇ, ਤੇਰੇ ਅੰਦਰ ਨਾ ਤਾਂ ਪ੍ਰਭੂ ਦੀ ਭਗਤੀ ਪੈਦਾ ਹੋਈ, ਭੁੱਖੇ ਦਾਨ ਨਾ ਦੀਨਾ। ਕਹਿੰਦੇ, ਤੇ ਨਾ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ ਆ। ਭਗਤ ਪਰਮਾਨੰਦ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਗੁਰੂ ਪਿਆਰ ਵਾਲਿਓ, ਕਿਸੇ ਮਨੁੱਖ ਦੇ ਕੋਲ ਭਾਵੇਂ ਜਿੰਨਾ ਮਰਜ਼ੀ ਗਿਆਨ ਹੋਵੇ, ਜ਼ਿਆਦਾ ਗਿਆਨ ਹੋਣ ਦੇ ਨਾਲ ਇਹ ਨਹੀਂ ਹੁੰਦਾ ਕਿ ਉਸ ਮਨੁੱਖ ਦਾ ਜੀਵਨ ਚੰਗਾ ਆ। ਉਹ ਮਨੁੱਖ ਆਪਣੇ ਜੀਵਨ ਅੰਦਰ ਮਾੜਾ ਨਹੀਂ ਹੈ। ਹੁਣ ਸੰਸਾਰ ਦੇ ਅੰਦਰ ਬੜੇ ਲੋਕ ਆ ਜਿਨ੍ਹਾਂ ਕੋਲ ਬਹੁਤ ਗਿਆਨ ਹੈ, ਨੌਲੇਜ ਹੈ, ਬੜੀ ਜਾਣਕਾਰੀ ਹੈ। ਜ਼ਿਆਦਾ ਜਾਣਕਾਰੀ ਹੋਣ ਦੇ ਨਾਲ ਮਨੁੱਖ ਦਾ ਜੀਵਨ ਸਚਿਆਰਾ ਨਹੀਂ ਬਣਦਾ। ਮਨੁੱਖ ਕੋਈ ਸਿੱਧੇ ਰਾਹ 'ਤੇ ਨਹੀਂ ਚੱਲਦਾ, ਕੋਈ ਮਨੁੱਖ ਚੰਗਾ ਨਹੀਂ ਫਿਰ ਕੰਮ ਕਰਦਾ। ਅਸਲ ਵਿੱਚ ਉਸ ਜ਼ਿਆਦਾ ਜਾਣਕਾਰੀ ਦਾ, ਉਸ ਸੱਚੇ ਗਿਆਨ ਦਾ ਉਦੋਂ ਹੀ ਫਾਇਦਾ ਆ ਜਦੋਂ ਉਹਨੂੰ ਆਪਣੇ ਜੀਵਨ 'ਚ ਕਮਾਵੇ, ਜਦੋਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਤੋਰੇ। ਵੇਖੋ, ਉਦਾਹਰਨ ਦੇ ਤੌਰ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਾਨੂੰ ਬਹੁਤ ਪਤਾ ਹੋਵੇਗਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੇ ਭਗਤਾਂ, ਇੰਨੇ ਗੁਰੂਆਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੇ ਰਾਗ ਨੇ, ਇੰਨੇ ਸ਼ਬਦ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਵਾਨੀ ਕੰਠ ਵੀ ਹੋਵੇਗੀ। ਇਹ ਕੀ ਆ? ਜਾਣਕਾਰੀ। ਇਹ ਹੈ ਸਾਨੂੰ ਗਿਆਨ ਗੁਰੂ ਗ੍ਰੰਥ ਸਾਹਿਬ ਬਾਰੇ। ਪਰ ਦੂਸਰੇ ਇਸ ਗਿਆਨ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਪ੍ਰਵਾਨ ਨਹੀਂ ਕਰਦੀ, ਕਿਉਂਕਿ ਜਿਹੜਾ ਸੱਚਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਜਿਹੜਾ ਰੱਬੀ ਗਿਆਨ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਆ। ਪਰ ਮਨੁੱਖ ਕੇਵਲ ਇਹ ਆਖੇ ਕਿ ਭਾਈ ਮੈਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸਾਰਾ ਗਿਆਨ ਆ, ਪਰ ਜੇਕਰ ਉਸ ਗਿਆਨ ਦੀ ਕਮਾਈ ਜੀਵਨ ਦੇ ਵਿੱਚ ਨਹੀਂ ਕਰਦਾ ਨਾ, ਤੇ ਉਸ ਗਿਆਨ ਦਾ ਵੀ ਹੋਣਾ ਫਿਰ ਕੋਈ ਫਾਇਦਾ ਨਹੀਂ ਹੈ। ਉਹ ਗਿਆਨ ਵੀ ਤੇਰੇ ਜੀਵਨ ਨੂੰ ਸਚਿਆਰਾ ਨਹੀਂ ਕਰ ਸਕਦਾ, ਤੇਰੇ ਜੀਵਨ ਨੂੰ ਸੋਹਣਾ ਨਹੀਂ ਬਣਾ ਸਕਦਾ। ਉਦਾਹਰਨ ਦੇ ਤੌਰ 'ਤੇ ਸਮਝੀਏ, ਮੰਨ ਲਓ ਕਿਸੇ ਮਨੁੱਖ ਨੂੰ ਗਿਆਨ ਆ ਕਿ ਭਾਈ ਤੈਰਨਾ ਕਿਵੇਂ ਆ, ਤੈਰਨ ਬਾਰੇ ਗਿਆਨ ਆ, ਉਹਨੂੰ ਸਾਰੀ ਨੌਲੇਜ ਆ ਕਿ ਭਾਈ ਇਸ ਤਰ੍ਹਾਂ ਹੱਥ ਪੈਰ ਮਾਰਨੇ ਆ, ਇਸ ਤਰ੍ਹਾਂ ਤੈਰਨਾ ਆ। ਹੁਣ ਉਹਨੂੰ ਗਿਆਨ ਹੈ, ਪਰ ਗੁਰੂ ਪਿਆਰ ਵਾਲੇ ਉਹ ਆਪਣੇ ਜੀਵਨ ਦੇ ਅੰਦਰ ਕਦੀ ਤੈਰਿਆ ਹੀ ਨਹੀਂ,
ਉਹਨੇ ਕਦੀ ਜੀਵਨ ਦੇ ਵਿੱਚ ਪ੍ਰੈਕਟੀਕਲ ਕੀਤਾ ਹੀ ਨਹੀਂ, ਤੇ ਜਿਸ ਕਰਕੇ ਉਹਦਾ ਫਿਰ ਜਿਹੜਾ ਗਿਆਨ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੈ। ਉਹ ਜਿੰਨਾ ਮਰਜ਼ੀ ਗਿਆਨ ਚੱਕੀ ਫਿਰ ਤੁਰਿਆ ਫਿਰੇ, ਪਰ ਜੇਕਰ ਜੀਵਨ ਦੇ ਅੰਦਰ ਉਹਨੂੰ ਤੈਰਨਾ ਹੀ ਨਹੀਂ ਆਉਂਦਾ, ਮੰਨ ਲਓ ਕੋਈ ਇਹੋ ਜਿਹਾ ਸਮਾਂ ਆ ਗਿਆ ਕਿ ਉਹਨੂੰ ਲੋੜ ਪੈ ਗਈ ਕਿ ਮੈਂ ਤੈਰਨਾ ਆ, ਉੱਥੇ ਹੁਣ ਫਿਰ ਜਿਹੜਾ ਗਿਆਨ ਹੈਗਾ ਦਿਮਾਗ ਦੇ ਵਿੱਚ ਉਹ ਥੋੜ੍ਹਾ ਕੰਮ ਆਉਣਾ। ਕੰਮ ਤਾਂ ਉਹੀ ਆਉਣਾ ਜਿਹੜਾ ਜੀਵਨ 'ਚ ਪ੍ਰੈਕਟੀਕਲ ਕੀਤਾ ਆ, ਜਿਹੜਾ ਉਹਨੇ ਤੈਰਨਾ ਸਿੱਖਿਆ ਆ। ਭਾਵ ਕਿ ਜਾਣਕਾਰੀ ਹੋਣ ਦੇ ਨਾਲ, ਕਿਸੇ ਨੂੰ ਗਿਆਨ ਜ਼ਿਆਦਾ ਹੋਣ ਦੇ ਨਾਲ ਮਨੁੱਖ ਦਾ ਜੀਵਨ, ਅਸੀਂ ਇਹ ਨਹੀਂ ਕਹਿ ਸਕਦੇ, ਇਹ ਨਹੀਂ ਸਾਬਤ ਕਰ ਸਕਦੇ ਭਾਈ ਇਹਨੂੰ ਬੜਾ ਗਿਆਨ ਆ, ਇਹਨੂੰ ਬੜੀ ਜਾਣਕਾਰੀ ਆ, ਬੜੀ ਨੌਲੇਜ ਆ, ਤੇ ਇਹ ਬੰਦਾ ਸੱਚਾ ਆ, ਇਹ ਚੰਗੇ ਕੰਮ ਕਰਦਾ ਹੋਵੇਗਾ। ਸੰਸਾਰ ਦੇ ਅੰਦਰ ਬੜੇ ਮਨੁੱਖ ਆ ਜਿਨ੍ਹਾਂ ਨੂੰ ਗਿਆਨ ਆ ਪਰ ਉਹ ਚੰਗੇ ਕੰਮ ਨਹੀਂ ਕਰਦੇ, ਸਹੀ ਰਾਹ 'ਤੇ ਨਹੀਂ ਤੁਰਦੇ। ਭਾਵ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੀ ਅਸਲ ਵਿੱਚ ਤੇਰਾ ਜੀਵਨ ਫਿਰ ਸਚਿਆਰਾ ਹੋ ਸਕਦਾ ਹੈ। ਉਹ ਸੱਚ ਦੇ ਗਿਆਨ ਨੂੰ ਜੀਵਨ 'ਚ ਕਮਾਉਣ ਨਾਲ ਹੀ ਤੇਰਾ ਜੀਵਨ ਸੱਚਾ ਬਣ ਸਕਦਾ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਮਨੁੱਖਾਂ ਦੀ ਹਾਲਤ ਤਾਂ ਇਹ ਹੋ ਗਈ ਨਾ ਕਿ ਜੀਵਨ ਦੇ ਵਿੱਚ ਗਿਆਨ ਬੜਾ ਪ੍ਰਾਪਤ ਕਰ ਲਿਆ ਪਰ ਉਹਦੇ ਮੁਤਾਬਕ ਜੀਵਨ ਨੂੰ ਤੋਰਿਆ ਨਹੀਂ। ਮਾਲਕ ਜੀ ਬਚਨ ਕਰਦੇ ਨੇ, ਜਗ ਕਊਆ ਮੁਖ ਚੁੰਚ ਗਿਆਨ। ਉਹਨਾਂ ਦੀ ਹਾਲਤ ਕਿਹੋ ਜਿਹੀ ਆ? ਕਹਿੰਦੇ ਉਸ ਮਨੁੱਖ ਦੀ ਹਾਲਤ ਕਾਂ ਵਾਂਗ ਆ। ਹੁਣ ਕਾਂ ਜਿਹੜਾ ਰੌਲਾ ਬਹੁਤ ਪਾਉਂਦਾ ਆ ਨਿਰਾ ਮੂੰਹ ਦੇ ਨਾਲ, ਭਾਵ ਕਿ ਮੁੱਖ ਚੁੰਚ ਗਿਆਨ। ਚੁੰਚ ਗਿਆਨ ਕਹਿੰਦੇ ਆ ਭਾਵ ਕਿ ਜਵਾਨੀ, ਜਵਾਨੀ ਜਿਹਨੂੰ ਚੁੰਚ ਦਾ ਭਾਵ ਜਿਹਨੂੰ ਨੌਲੇਜ ਬੜੀ ਆ, ਗਿਆਨ ਬੜਾ ਆ, ਪਰ ਉਹਨੂੰ ਜੀਵਨ ਦੇ ਅੰਦਰ ਸਮਝ ਨਹੀਂ ਹੈ, ਉਹਨੂੰ ਆਤਮਿਕ ਜੀਵਨ ਦੀ ਸੋਝੀ ਨਹੀਂ ਹੈ, ਉਹਨੇ ਉਸ ਗਿਆਨ ਨੂੰ ਜੀਵਨ ਵਿੱਚ ਨਹੀਂ ਕਮਾਇਆ। ਤੇ ਮਾਲਕ ਜੀ ਕਹਿੰਦੇ ਨੇ ਨਿਰਾ ਮੂੰਹ ਹੀ ਜਵਾਨੀ, ਜਵਾਨੀ ਆਤਮਿਕ ਜੀਵਨ ਦੀ ਸੂਝ ਦੱਸਦਾ, ਸਾਰਿਆਂ ਨੂੰ ਰੌਲਾ ਪਾਉਂਦਾ ਕਿ ਭਾਈ ਮੈਨੂੰ ਬੜਾ ਗਿਆਨ ਆ, ਮੈਨੂੰ ਆਤਮਿਕ ਜੀਵਨ ਬਾਰੇ ਬੜਾ ਪਤਾ, ਭਾਈ ਆਤਮਿਕ ਜੀਵਨ ਇਸ ਤਰ੍ਹਾਂ ਦਾ ਬਣ ਜਾਂਦਾ, ਪਰ ਉਹਦਾ ਆਪਣਾ ਜੀਵਨ ਇਹੋ ਜਿਹਾ ਬਣਿਆ ਨਹੀਂ, ਆਪਣਾ ਜੀਵਨ ਉਹਨੇ ਸੱਚ ਦੇ ਰਾਹ 'ਤੇ ਤੋਰਿਆ ਨਹੀਂ। ਹੁਣ ਜਿਵੇਂ ਮੇਰੇ ਵਰਗਾ ਬੜੀਆਂ ਸੱਚੀਆਂ ਗੱਲਾਂ ਕਰੀ ਜਾਵੇ ਕਿ ਭਾਈ ਰੱਬ ਇੱਦਾਂ ਪ੍ਰਾਪਤ ਹੁੰਦਾ, ਤੂੰ ਆਹ ਕੰਮ ਕਰ, ਤੇਰਾ ਜੀਵਨ ਬਦਲ ਜਾਵੇ, ਸਿਰਫ ਗੱਲਾਂ ਹੀ ਕਰੀ ਜਾਈਏ ਪਰ ਜੀਵਨ ਦੇ ਵਿੱਚ ਉਹ ਵਿਚਾਰ ਨਾ ਲੈ ਕੇ ਆਈਏ, ਤੇ ਸਾਡੀਆਂ ਇਹ ਗੱਲਾਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ। ਮਾਲਕ ਜੀ ਕਹਿੰਦੇ ਜਗ ਕਊਆ ਮੁਖ ਚੁੰਚ ਗਿਆਨ। ਕਹਿੰਦੇ ਜਿਵੇਂ ਕਾਂ ਜਿਹੜਾ ਆਪਣੀ ਚੁੰਝ ਨਾਲ ਕਾਂ ਕਾਂ ਕਰਦਾ ਨਾ, ਇਸੇ ਤਰ੍ਹਾਂ ਅਗਿਆਨਹੀਣਾ ਮਨੁੱਖ, ਭਾਵ ਕਿ ਜੀਵਨ ਦੇ ਅੰਦਰ ਗਿਆਨ ਬੜਾ ਆ ਪਰ ਜੀਵਨ ਦੇ ਵਿੱਚ ਉਹ ਗਿਆਨ ਦੀ ਕਮਾਈ ਨਹੀਂ ਕੀਤੀ, ਜੀਵਨ ਦੇ ਵਿੱਚ ਉਸ ਮੁਤਾਬਕ ਸੋਝੀ ਨਹੀਂ ਲੈ ਕੇ ਆਂਦੀ, ਉਹ ਸਿਰਫ ਰੌਲਾ ਪਾਉਣ ਜੋਗਾ ਆ ਪਰ ਆਪਣਾ ਜੀਵਨ ਉਸ ਰਾਹ 'ਤੇ ਲੈ ਕੇ ਜਾਣ ਲਈ ਤਿਆਰ ਨਹੀਂ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਸਾਡੀ ਕਹਿਣੀ ਨੂੰ ਪ੍ਰਵਾਨ ਨਹੀਂ ਕੀਤਾ, ਸਾਡੀ ਕਰਨੀ ਨੂੰ ਪ੍ਰਵਾਨ ਕੀਤਾ ਹੈ, ਸਾਡੇ ਆਚਰਣ ਨੂੰ, ਸਾਡੇ ਕਰੈਕਟਰ ਨੂੰ, ਸਾਡੇ ਜੀਵਨ ਨੂੰ ਪ੍ਰਵਾਨ ਕੀਤਾ ਆ। ਹੁਣ ਸਾਨੂੰ ਜਿੰਨੀ ਮਰਜ਼ੀ ਅਸੀਂ ਗੁਰਬਾਣੀ ਪੜ੍ਹਦੇ ਹੋਈਏ, ਜਿੰਨੀ ਮਰਜ਼ੀ ਗੁਰਬਾਣੀ ਸੁਣਦੇ ਹੋਈਏ, ਪਰ ਗੁਰੂ ਪਿਆਰ ਵਾਲਿਓ ਉਹ ਪ੍ਰਵਾਨ ਤਾਂ ਹੋਵੇਗੀ ਜਦੋਂ ਅਸੀਂ ਗੁਰਬਾਣੀ ਦੇ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਫਿਰ ਸਾਡੀ ਪੜ੍ਹੀ ਹੋਈ ਸੁਣੀ ਹੋਈ ਗੁਰਬਾਣੀ ਵੀ ਜਿਹੜੀ ਪ੍ਰਵਾਨ ਆ ਜੇਕਰ ਅਸੀਂ ਉਹਦੇ ਮੁਤਾਬਕ ਚੱਲਣਾ ਸ਼ੁਰੂ ਕੀਤਾ। ਨਹੀਂ ਤਾਂ ਅਸੀਂ ਆਪਣਾ ਜੀਵਨ ਦੇ ਵਿੱਚ ਸਮਾਂ ਖਰਾਬ ਕਰ ਰਹੇ ਹਾਂ ਜੇਕਰ ਅਸੀਂ ਗੁਰਬਾਣੀ ਦੇ ਮੁਤਾਬਕ ਚੱਲ ਨਹੀਂ ਰਹੇ। ਮਾਲਕ ਜੀ ਕਹਿੰਦੇ ਨੇ ਕਦੇ ਮੂੰਹ ਤੋਂ ਨਿਰੀਆਂ ਗੱਲਾਂ ਕਰੀ ਜਾ ਰਿਹਾ ਆ, ਗਿਆਨ ਬੜਾ ਆ ਪਰ ਜੀਵਨ ਦੇ ਵਿੱਚ ਗਿਆਨ ਦੀ ਕਮਾਈ ਨਹੀਂ ਕੀਤੀ। ਅੰਤਰ ਝੂਠ ਲੋਭ, ਅੰਦਰ ਕਹਿੰਦੇ ਅੰਤਰ ਲੋਭ ਝੂਠ ਅਭਿਮਾਨ। ਕਹਿੰਦੇ ਚੁੰਚ ਗਿਆਨੀ ਬਣਿਆ ਹੋਇਆ, ਮੂੰਹ ਤੋਂ ਬੜਾ ਗਿਆਨ ਦੀਆਂ ਗੱਲਾਂ ਕਰਦਾ, ਭਾਈ ਲਾਲਚ ਨਹੀਂ ਕਰਨਾ ਚਾਹੀਦਾ, ਦਾਜ ਨਹੀਂ ਲੈਣਾ ਚਾਹੀਦਾ, ਆਪ ਦਾਜ ਤੋਂ ਬਗੈਰ ਰਹਿ ਨਹੀਂ ਸਕਦਾ, ਆਪ ਜਿਹੜਾ ਲਾਲਚ ਤੋਂ ਬਗੈਰ ਰਹਿ ਨਹੀਂ ਸਕਦਾ। ਕਹਿੰਦੇ ਆਪ ਜਿਹੜਾ ਲੋਭ ਵਿੱਚ ਟਿਕਿਆ ਰਹਿੰਦਾ ਆ, ਆਪ ਝੂਠ ਵਿੱਚ ਫਸਿਆ ਰਹਿੰਦਾ ਆ, ਆਪ ਹੰਕਾਰ ਵਿੱਚ ਟਿਕਿਆ ਰਹਿੰਦਾ ਆ। ਦੂਜਿਆਂ ਨੂੰ ਕਹਿ ਰਿਹਾ ਭਾਈ ਤੂੰ ਹੰਕਾਰ ਨਾ ਕਰ, ਤੂੰ ਝੂਠ ਨਾ ਬੋਲ, ਤੂੰ ਲਾਲਚ ਨਾ ਕਰ, ਪਰ ਆਪ ਆਪਣਾ ਜੀਵਨ ਉਹੋ ਜਿਹਾ ਬਣਾ ਕੇ ਬੈਠਾ ਹੋਇਆ। ਮਾਲਕ ਜੀ ਕਹਿੰਦੇ ਬਿਨ ਨਾਮੈ ਪਾਜ ਲਹਿਗ ਨਿਧਾਨ। ਕਹਿੰਦੇ ਨਾਮ ਤੋਂ ਵਾਂਝਾ ਰਹਿ ਕੇ ਇਹ ਧਾਰਮਿਕ ਵਿਖਾਵਾ ਕਹਿੰਦੇ ਆਖਰ ਉਗੜ ਜਾਂਦਾ ਹੈ। ਇਹ ਧਾਰਮਿਕ ਵਿਖਾਵਾ ਕਹਿੰਦੇ ਜ਼ਿਆਦਾ ਸਮੇਂ ਤੱਕ ਨਹੀਂ ਚੱਲਦਾ, ਜ਼ਿਆਦਾ ਸਮੇਂ ਤੱਕ ਤੂੰ ਲੋਕਾਂ ਦੇ ਸਾਹਮਣੇ ਗਿਆਨ ਦੀਆਂ ਗੱਲਾਂ ਕਰਕੇ ਚੰਗਾ ਨਹੀਂ ਬਣ ਸਕਦਾ। ਮਾਲਕ ਜੀ ਕਹਿੰਦੇ ਇੱਕ ਨਾ ਇੱਕ ਦਿਨ ਇਹ ਜਿਹੜਾ ਤੇਰਾ ਵਿਖਾਵਾ ਆ ਲੋਕਾਂ ਦੇ ਸਾਹਮਣੇ ਆ ਜਾਵੇਗਾ। ਹੁਣ ਵੇਖੋ ਬੜੇ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਆ ਜਿਹੜੇ ਬਾਹਰੀ ਤੌਰ 'ਤੇ ਧਾਰਮਿਕ ਲਿਬਾਸ ਪਾਉਂਦੇ ਰਹੇ, ਬੜਾ ਰੱਬ ਦੇ ਨਾਮ ਦੀਆਂ ਗੱਲਾਂ ਕਰਦੇ ਰਹੇ, ਪਰ ਸਮਾਂ ਪਾ ਕੇ ਉਹਨਾਂ ਲੋਕਾਂ ਦਾ ਪਾਜ ਉਗੜ ਗਿਆ।
असलीयत लोकां सामने आ गई। हुण लोक जिहड़े बाहरी तौर ते विखावे नूं उहदे पहरावे नूं वेख के उहदे नाल जुड़ गए, पर उहदे जीवन उहदे कर्म नहीं वेखे, उहदी सोच नूं नहीं वेखिया। ते जिस करके समा पा के उन्हां लोकां दा भाज सारी दुनिया दे सामने आ जांदा आ जिहड़े विखावा करदे ने, पर जीवन दे विच सच्चाई नहीं है। मालिक जी वचन करदे ने, कहंदे कौआ काग को अमृत रस पाइए। हुण ਕਾਂ ਦੀ ਬਿਰਤੀ ਕਿਹੋ ਜੀ ਹੁੰਦੀ ਆ ਕਿ ਕਾਂ ਅੱਗੇ ਕੋਈ ਸਵਾਦਲਾ ਭੋਜਨ ਲਿਆ ਕੇ ਰੱਖ ਦੇਵੇ ਉਹਨੂੰ ਖਾਣ ਵਾਸਤੇ। ਕਹਿੰਦੇ ਕौआ ਕਾਗ ਕੋ ਅੰਮ੍ਰਿਤ ਰਸ ਪਾਈਏ। ਅੰਮ੍ਰਿਤ ਰਸ ਹੁੰਦਾ ਭਾਵ ਕਿ ਸਵਾਦਲਾ ਭੋਜਨ ਕਹਿੰਦੇ ਕਾਂ ਦੇ ਅੱਗੇ ਲਿਆ ਕੇ ਰੱਖ ਦਈਏ। ਤਿਪਤੈ ਬਿਸ਼ਟਾ ਖਾਏ ਮੁਖ ਗੋਹੈ। ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਉਸ ਨੂੰ ਖਾਣ ਦੇ ਥਾਂ ਕਾਂ ਜਿਹੜਾ ਨਾ ਬਿਸ਼ਟਾ ਖਾ ਕੇ ਗੰਦਗੀ ਖਾ ਕੇ ਕਹਿੰਦੇ ਖੁਸ਼ ਹੁੰਦਾ ਆ। ਹੁਣ ਕਾਂ ਦੇ ਸਾਹਮਣੇ ਅਸੀਂ ਲਿਆ ਕੇ ਮੱਖਣ ਰੱਖ ਦਈਏ, ਕਾਂ ਨੇ ਜਿਹੜੀ ਨਾ ਮੱਖਣ ਦੇ ਵਿੱਚ ਵੀ ਚੁੰਝ ਮਾਰ ਦੇਣੀ ਆ, ਉਹਨੇ ਗੰਦਗੀ ਵਿੱਚ ਵੀ ਚੁੰਝ ਮਾਰ ਦੇਣੀ ਆ, ਉਹ ਦੋਨੇ ਪਾਸੇ ਚੱਲਦਾ। ਇਹ ਹਾਲਤ ਸਾਡੀ ਬਣੀ ਹੋਈ ਆ। ਅਸੀਂ ਗੁਰਬਾਣੀ ਵੀ ਸੁਣ ਲੈਣੀ ਆ ਤੇ ਮਾੜੇ ਬੋਲ ਨਿੰਦਿਆ ਵੀ ਸੁਣ ਲੈਣੀ ਆ। ਅਸੀਂ ਜੀਵਨ ਦੇ ਅੰਦਰ ਚੰਗੇ ਕੰਮ ਵੀ ਕਰੀ ਜਾਣੇ ਆ ਤੇ ਫਿਰ ਮਾੜੇ ਕੰਮ ਵੀ ਕਰੀ ਜਾਣੇ ਆ। ਭਾਵ ਕਿ ਜਿੱਥੇ ਇਹਦਾ ਫਾਇਦਾ ਹੁੰਦਾ ਉੱਥੇ ਚੰਗਾ ਕੰਮ ਵੀ ਕਰ ਲੈਂਦਾ, ਜਿੱਥੇ ਇਹਦਾ ਫਾਇਦਾ ਹੁੰਦਾ ਉੱਥੇ ਮਾੜਾ ਕੰਮ ਵੀ ਕਰ ਲੈਂਦਾ ਆ। ਇਹਦੀ ਬਿਰਤੀ ਤਾਂ ਕਾਂ ਵਾਲੀ ਹੋ ਗਈ ਨਾ। ਜਿਵੇਂ ਕਾਂ ਜਿਹੜਾ ਸਵਾਦਲੇ ਭੋਜਨ ਵਿੱਚ ਵੀ ਚੁੰਝ ਮਾਰਦਾ ਹੈ ਤੇ ਫਿਰ ਗੰਦਗੀ ਵਿੱਚ ਵੀ ਮੂੰਹ ਮਾਰਦਾ ਆ। ਇਸੇ ਤਰ੍ਹਾਂ ਹੀ ਅਸੀਂ ਗੁਰੂ ਦੀ ਬਾਣੀ ਵੀ ਸੁਣ ਲੈਂਦੇ ਆ। ਇਹ ਕੀ ਹੋ ਗਿਆ? ਗੁਰੂ ਦੀ ਬਾਣੀ ਕੀ ਆ? ਮੱਖਣ ਆ। ਤੇ ਗੁਰੂ ਪਿਆਰ ਵਾਲਿਓ, ਜਿਹੜੇ ਗੰਦਗੀ ਵਾਲੇ ਬੋਲ ਆ, ਜਿਹੜੇ ਗੰਦੇ ਗੀਤ ਆ, ਨਿੰਦਿਆ ਚੁਗਲੀ, ਇਹ ਕੀ ਆ? ਗੰਦਗੀ। ਤੇ ਸਾਡੀ ਬਿਰਤੀ ਫਿਰ ਕਾਂ ਵਾਲੀ ਨਹੀਂ ਹੋਈ ਕਿ ਅਸੀਂ ਪਹਿਲਾਂ ਗੁਰਬਾਣੀ ਵੀ ਸੁਣ ਲੈਂਦੇ ਹਾਂ, ਗੁਰਬਾਣੀ ਪੜ੍ਹ ਵੀ ਜਾਂਦੇ ਹਾਂ, ਫਿਰ ਚੁਗਲੇ ਨਿੰਦਿਆ ਗੰਦੇ ਗੀਤ ਵੀ ਸੁਣੀ ਜਾ ਰਹੇ ਹਾਂ। ਮਾਲਿਕ ਜੀ ਕਹਿੰਦੇ ਨੇ, ਕौआ ਕਾਗ ਕੋ ਅੰਮ੍ਰਿਤ ਰਸ ਪਾਈਏ। ਤ੍ਰਿਪਤੈ ਬਿਸ਼ਟਾ ਖਾਏ ਮੁਖ ਗੋਹੈ। ਕਹਿੰਦੇ ਪਰ ਕਾਂ ਖੁਸ਼ ਕਦੋਂ ਹੁੰਦਾ ਆ? ਗੰਦਗੀ ਖਾ ਕੇ। ਇਸੇ ਤਰ੍ਹਾਂ ਮਨੁੱਖ ਵੀ ਉਦੋਂ ਖੁਸ਼ ਹੁੰਦਾ ਜਦੋਂ ਆਪਣੇ ਜੀਵਨ ਅੰਦਰ ਨਿੰਦਿਆ ਕਰਦਾ ਆ, ਜਦੋਂ ਕਿਸੇ ਦੀ ਬੁਰਾਈ ਸੁਣਦਾ ਆ, ਜਦੋਂ ਮਾੜੇ ਬੋਲ ਸੁਣਦਾ, ਉਹਦੇ ਮਨੁੱਖ ਨੂੰ ਖੁਸ਼ੀ ਹੁੰਦੀ ਨਾ। ਅੱਜ ਮਨੁੱਖ ਦੋਨੇ ਕੰਮ ਕਰ ਰਿਹਾ ਆ, ਚੰਗੇ ਕੰਮ ਵੀ ਕਰ ਰਿਹਾ, ਮਾੜੇ ਵੀ ਕਰ ਰਿਹਾ। ਕਹਿੰਦਾ ਕਿਸੇ ਪਾਸਿਓਂ ਰਹਿ ਨਾ ਜਾਵਾਂ, ਦੁਨੀਆ ਨੂੰ ਵੀ ਖੁਸ਼ ਕਰ ਲਵਾਂ ਤੇ ਗੁਰੂ ਨੂੰ ਵੀ ਖੁਸ਼ ਕਰ ਲਵਾਂ। ਪਹਿਲਾਂ ਆਪਣੇ ਘਰ ਦੇ ਵਿੱਚ ਗੁਰੂ ਦੀ ਬਾਣੀ ਦਾ ਜਾਪ ਕਰਵਾ ਲਿਆ, ਫਿਰ ਸ਼ਾਮ ਨੂੰ ਡੀਜੇ ਤੇ ਗੰਦੇ ਗੀਤ ਵੀ ਲਾ ਲਏ ਤੇ ਸ਼ਰਾਬਾਂ ਦੇ ਦੌਰ ਵੀ ਚਲਾਏ ਗਏ। ਕਾਂ ਵਾਲੀ ਬਿਰਤੀ ਹੋ ਗਈ ਨਾ। ਕਾਂ ਨੇ ਗੰਦਗੀ ਵੀ ਖਾ ਲਈ ਤੇ ਮੱਖਣ ਵੀ ਖਾ ਲਿਆ, ਭਾਵ ਕਿ ਦੋਨੇ ਪਾਸੇ ਚੱਲ ਰਿਹਾ ਆ। ਪਰ ਸਤਿਗੁਰੂ ਜੀ ਕਹਿੰਦੇ, ਦੇਖੋ ਆਪਣੇ ਜੀਵਨ ਦੇ ਅੰਦਰ ਦੋ ਪਾਸੇ ਚੱਲੇਗਾ, ਤੇਰਾ ਜੀਵਨ ਪਰਵਾਹ ਨਹੀਂ ਹੈ। ਤੈਨੂੰ ਇੱਕ ਰਾਹ ਚੁਣਨਾ ਪੈਣਾ ਆ ਜਿਹਦੇ ਵਿੱਚ ਤੈਨੂੰ ਸੁੱਖ ਆਨੰਦ ਮਿਲੇਗਾ। ਮਾਲਿਕ ਜੀ ਕਹਿੰਦੇ ਨੇ, ਇਹ ਜਿਹੜਾ ਕੇਵਲ ਚੁੰਚ ਗਿਆਨ ਹੋਣਾ, ਕੇਵਲ ਬਾਹਰੀ ਤੌਰ ਤੇ ਨੌਲੇਜ ਹੋਣਾ, ਗਿਆਨ ਹੋਣਾ, ਇਹਦੇ ਨਾਲ ਤੇਰਾ ਜੀਵਨ ਸੋਹਣਾ ਨਹੀਂ ਬਣਨਾ ਜਦੋਂ ਤੱਕ ਤੂੰ ਉਸ ਗਿਆਨ ਨੂੰ ਜੀਵਨ ਦੇ ਵਿੱਚ ਕਮਾਉਂਦਾ ਨਹੀਂ। ਮਾਲਿਕ ਜੀ ਕਹਿੰਦੇ ਨੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹੁਣ ਤੂੰ ਵਿਦਿਆ ਪ੍ਰਾਪਤ ਕਰ ਲਈ ਆ, ਬੜੀ ਪੜ੍ਹਾਈ ਕਰ ਲਈ, ਬੜੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ, ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਤੂੰ ਲੈ ਲਈਆਂ ਵਿਦਿਆ ਵਾਲੇ ਪਾਸੋਂ, ਐਜੂਕੇਸ਼ਨ ਵਾਲੇ ਪਾਸਿਓਂ। ਮਾਲਿਕ ਜੀ ਕਹਿੰਦੇ ਨੇ ਤਾਂ ਪਰ ਉਪਕਾਰੀ। ਕਹਿੰਦੇ ਤੇਰੀ ਵਿਦਿਆ ਜਿਹੜੀ ਪ੍ਰਾਪਤ ਕੀਤੀ ਨਾ, ਜਿਹੜੀ ਤੂੰ ਪੜ੍ਹਾਈ ਕੀਤੀ, ਉਹਦਾ ਫਾਇਦਾ ਤਾਂ ਆ ਜੇਕਰ ਤੂੰ ਇਸ ਨਾਲ ਦੂਜਿਆਂ ਦੀ ਭਲਾਈ ਕਰੇ। ਹੁਣ ਤੂੰ ਡਿਗਰੀ ਪ੍ਰਾਪਤ ਕਰਕੇ ਜੱਜ ਲੱਗ ਗਿਆ, ਜੱਜ ਲੱਗ ਕੇ ਤੂੰ ਫਿਰ ਵੀ ਦੂਜਿਆਂ ਨਾਲ ਇਨਸਾਫ ਨਹੀਂ ਕਰਦਾ, ਫਿਰ ਵੀ ਰਿਸ਼ਵਤ ਲੈ ਕੇ ਤੂੰ ਬੇਇਨਸਾਫੀ ਕਰੀ ਜਾਂਦਾ ਆ। ਤੂੰ ਜਿਹੜਾ ਡਿਗਰੀ ਪ੍ਰਾਪਤ ਕਰ ਲਈ, ਡਿਗਰੀ ਪ੍ਰਾਪਤ ਕਰਕੇ ਵਕੀਲ ਬਣ ਗਿਆ, ਪਰ ਫਿਰ ਵੀ ਤੂੰ ਕਿਸੇ ਦੇ ਹੱਕ ਵਿੱਚ ਨਹੀਂ ਖੜਦਾ, ਫਿਰ ਵੀ ਤੂੰ ਚੰਗੇ ਮਨੁੱਖ ਦਾ ਸਾਥ ਨਹੀਂ ਦਿੰਦਾ, ਫਿਰ ਵੀ ਤੂੰ ਜਿਹੜਾ ਰਿਸ਼ਵਤ ਲੈ ਕੇ ਤੂੰ ਮਾੜੇ ਮਨੁੱਖ ਦੇ ਹੱਕ ਵਿੱਚ ਭੁਗਤਦਾ ਆ। ਵਿਦਿਆ ਪ੍ਰਾਪਤ ਕਰ ਲਈ, ਤੂੰ ਪੁਲਿਸ ਅਫਸਰ ਬਣ ਗਿਆ, ਤੂੰ IAS ਬਣ ਗਿਆ, SHO ਬਣ ਗਿਆ, ਵਿਦਿਆ ਪ੍ਰਾਪਤ ਕਰ ਲਈ ਆ, ਪਰ ਫਿਰ ਵੀ ਤੂੰ ਸਹੀ ਮਨੁੱਖ ਉੱਤੇ, ਸਹੀ ਮਨੁੱਖ ਦਾ ਸਾਥ ਨਹੀਂ ਦਿੰਦਾ ਤੇ ਝੂਠੇ ਮਨੁੱਖ 'ਤੇ ਕਾਰਵਾਈ ਨਹੀਂ ਕਰਦਾ। ਫਿਰ ਵੀ ਤੂੰ ਉੱਥੇ ਰਿਸ਼ਵਤ ਲੈ ਕੇ ਝੂਠੇ ਮਨੁੱਖ ਦੇ ਵਿੱਚ, ਝੂਠੇ ਮਨੁੱਖ ਦੇ ਹੱਕ ਵਿੱਚ ਤੂੰ ਭੁਗਤ ਜਾਣਾ ਆ, ਪਰ ਚੰਗੇ ਮਨੁੱਖ ਦਾ ਸਾਥ ਨਹੀਂ ਦੇਣਾ। ਮਾਲਿਕ ਜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੇਰੀ ਵਿਦਿਆ ਪ੍ਰਾਪਤ ਕਰਨ ਦਾ ਫਾਇਦਾ ਤਾਂ ਆ ਜੇਕਰ ਤੂੰ ਇਹਦੇ ਨਾਲ ਕਿਸੇ ਦਾ ਪਰਉਪਕਾਰ, ਕਿਸੇ ਦਾ ਭਲਾ ਕਰੇ।
ਹੁਣ ਸਕੂਲਾਂ ਵਿੱਚ ਵਿੱਦਿਆ ਤਾਂ ਸਾਡੇ ਬੱਚੇ ਪ੍ਰਾਪਤ ਕਰ ਰਹੇ ਆ, ਪਰ ਉਹਨਾਂ ਬੱਚਿਆਂ ਦੀ ਵਿੱਦਿਆ ਪ੍ਰਾਪਤ ਕਰਨ ਦਾ ਫਾਇਦਾ ਤਾਂ ਆ ਜੇਕਰ ਉਹ ਸਮਾਜ ਦੇ ਵਿੱਚ ਰਹਿ ਕੇ ਸਮਾਜ ਦਾ ਭਲਾ ਕਰਨ, ਚੰਗੀ ਸੋਚ ਰੱਖਣ। ਨਹੀਂ ਤਾਂ ਸਤਿਗੁਰੂ ਜੀ ਤਾਂ ਕਹਿੰਦੇ ਆ ਭਾਈ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ, ਕਿ ਉਹ ਬੰਦਾ ਜਿਹੜਾ ਮੂਰਖ ਆ, ਪੜ੍ਹਿਆ ਹੋਇਆ ਬੰਦਾ ਵੀ ਮੂਰਖ ਆ, ਜਿਹੜਾ ਲੱਭ ਲੋਭ ਹੰਕਾਰ ਦੇ ਵਿੱਚ ਡੱਬਿਆ ਹੋਇਆ, ਜਿਹੜਾ ਲਾਲਚ ਕਰਦਾ, ਜਿਹੜਾ ਹੰਕਾਰੀ ਬਣਿਆ ਹੋਇਆ ਆ। ਤੇ ਮਾਲਕ ਜੀ ਕਹਿੰਦੇ ਨੇ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਕਹਿੰਦੇ ਭਲਿਆ ਤੀਰਥਾਂ ਤੇ ਰਹਿਣ ਦਾ ਤਾਂ ਫਾਇਦਾ ਆ ਜੇਕਰ ਤੂੰ ਪੰਜ ਵਿਕਾਰ ਵਸ ਵਿੱਚ ਕਰ ਲਵੇਂ। ਤੀਰਥਾਂ ਦੀ ਯਾਤਰਾ ਵੀ ਕਰ ਰਿਹਾ, ਨਾਲੇ ਹੰਕਾਰੀ ਵੀ ਬਣਿਆ, ਨਾਲੇ ਕਾਮੀ ਕ੍ਰੋਧੀ ਬਣਿਆ, ਲੋਭੀ ਬਣਿਆ ਹੋਇਆ। ਬੜੀਆਂ ਤੀਰਥਾਂ ਤੇ ਯਾਤਰਾ ਕਰ ਲਈਆਂ, ਸ਼੍ਰੀ ਹਰਿਮੰਦਰ ਸਾਹਿਬ ਪਤਾ ਨਹੀਂ ਤੂੰ ਕਿੰਨੀ ਵਾਰੀ ਜਾ ਕੇ ਆਇਆ, ਪਰ ਫਿਰ ਵੀ ਅੱਜ ਤੇਰਾ ਜੀਵਨ ਲਾਲਚੀ ਬਣਿਆ ਹੋਇਆ, ਫਿਰ ਵੀ ਤੇਰੇ ਜੀਵਨ 'ਚ ਵਿਕਾਰ ਆ। ਕਹਿੰਦੇ ਕਿਉਂ ਐਵੇਂ ਆਪਣਾ ਸਮਾਂ ਵੇਸਟ ਕਰ ਰਿਹਾ, ਸਮਾਂ ਖਰਾਬ ਕਰ ਰਿਹਾ। ਜੇਕਰ ਤੂੰ ਬਾਣੀ ਪੜ੍ਹ ਰਿਹਾ, ਬਾਣੀ ਪੜ੍ਹ ਕੇ ਵੀ ਹੰਕਾਰ ਕਰਦੇ ਕਿ ਭਾਈ ਮੈਂ ਇੰਨੀ ਬਾਣੀ ਪੜ੍ਹਦਾ, ਮੇਰੇ ਤੋਂ ਜ਼ਿਆਦਾ ਕੋਈ ਹੋਰ ਹੈ ਹੀ ਨਹੀਂ, ਤੇ ਇਹਦੇ ਨਾਲ ਚੰਗਾ ਭਾਈ ਤੂੰ ਬਾਣੀ ਨਾ ਹੀ ਪੜ੍ਹਦਾ, ਕਿਉਂਕਿ ਤੇਰੇ ਜੀਵਨ 'ਚ ਫਾਇਦਾ ਤਾਂ ਹੋਣਾ ਨਹੀਂ, ਤੂੰ ਤਾਂ ਮਾਣ ਹੀ ਕਰਨਾ, ਹੰਕਾਰ ਹੀ ਕਰਨਾ ਆ, ਬਾਅਦ ਵਿੱਚ ਤੂੰ ਗਲਤੀ ਕੰਮ ਕਰਨੇ ਆ। ਗੁਰਬਾਣੀ ਤੇਰੀ ਪੜ੍ਹੀ ਹੋਈ ਦਾ, ਤੇਰੀ ਤੀਰਥਾਂ ਦੀ ਯਾਤਰਾ ਕਰੀ ਹੋਈ ਦਾ ਫਾਇਦਾ ਉਦੋਂ ਆ ਜਦੋਂ ਜੀਵਨ ਦੇ ਵਿੱਚ ਪੰਜ ਵਿਕਾਰਾਂ ਤੇ ਜੀਵਨ ਦੇ ਵਿੱਚ ਜਦੋਂ ਤੂੰ ਔਗਣਾਂ ਨੂੰ ਤਿਆਗ ਦੇਵੇਂਗਾ। ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਬਚਨ ਕਰਦੀ ਆ, ਮਾਲਕ ਜੀ ਕਹਿੰਦੇ ਨੇ ਉਹਨਾਂ ਦੇ ਗਿਆਨ ਦਾ ਕੋਈ ਫਾਇਦਾ ਨਹੀਂ, ਜਿਹੜੇ ਸਿਰਫ ਗਿਆਨ ਚੱਕੀ ਫਿਰਦੇ ਆ ਪਰ ਜੀਵਨ ਅੰਦਰ ਉਹ ਸੋਝੀ ਨਹੀਂ ਹੈ। ਮਾਲਕ ਜੀ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਐ। ਹੁਣ ਜਿਹੜੇ ਚੁੰਚ ਗਿਆਨੀ ਹੁੰਦੇ ਆ, ਸਿਰਫ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦੇ ਨੇ, ਸਾਨੂੰ ਬੜੀ ਨੌਲੇਜ ਆ, ਬੜਾ ਗਿਆਨ ਆ। ਮਾਲਕ ਜੀ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ। ਮਾਲਕ ਜੀ ਕਹਿੰਦੇ ਜੇਕਰ ਇੰਨੀਆਂ ਪੋਥੀਆਂ ਪੜ੍ਹ ਲਈਏ ਜਿਨ੍ਹਾਂ ਨਾਲ ਕਹਿੰਦੇ ਕਈ ਗੱਡੀਆਂ ਭਰ ਲਈਆਂ ਜਾਣ, ਪੜ ਪੜ ਭਰੀਐ ਸਾਥ, ਕਹਿੰਦੇ ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ। ਹੁਣ ਬੜੇ ਲੋਕ ਆ ਜਿਹੜੇ ਕਿਤਾਬਾਂ ਪੜ੍ਹਦੇ ਨੇ, ਪੋਥੀਆਂ ਪੜ੍ਹਦੇ ਨੇ, ਗ੍ਰੰਥ ਪੜ੍ਹਦੇ ਨੇ, ਬਹੁਤ ਜ਼ਿਆਦਾ ਨੇ। ਤੇ ਮਾਲਕ ਜੀ ਕਹਿੰਦੇ ਜੇਕਰ ਇੰਨੀਆਂ ਪੋਥੀਆਂ ਪੜ੍ਹ ਲਈਏ, ਜੇਕਰ ਜਿਨ੍ਹਾਂ ਨਾਲ ਕਈ ਗੱਡੀਆਂ ਵੀ ਭਰ ਲਈਆਂ ਜਾਣ, ਢੇਰਾਂ ਦੇ ਢੇਰ ਲੱਗ ਜਾਣ, ਪੜ ਪੜ ਬੇੜੀ ਪਾਈ ਐ, ਕਹਿੰਦੇ ਜੇਕਰ ਇੰਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਕਹਿੰਦੇ ਇੱਕ ਬੇੜੀ ਭਰੀ ਜਾ ਸਕੇ, ਪੜ ਪੜ ਗੱਡੀਆਂ ਖਾਤ, ਕਹਿੰਦੇ ਜਿਨ੍ਹਾਂ ਨਾਲ ਕਈ ਖਾਤੇ ਪੂਰੇ ਜਾ ਸਕਣ। ਮਾਲਕ ਜੀ ਕਹਿੰਦੇ ਨੇ ਜਿਨ੍ਹਾਂ ਨਾਲ ਕਈ ਖਾਤੇ ਵੀ ਪੂਰੇ ਜਾ ਸਕਣ, ਗੱਡੇ ਜਾ ਸਕਣ, ਭਾਵ ਕਿ ਪੂਰੇ ਜਾ ਸਕਣ। ਖਾਤੇ ਦਾ ਅਰਥ ਹੁੰਦਾ ਟੋਏ, ਜਿਹੜੇ ਟੋਏ ਹੁੰਦੇ ਨਾ, ਕਹਿੰਦੇ ਇੰਨੀਆਂ ਪੁਸਤਕਾਂ ਧਾਰਮਿਕ ਕਿਤਾਬਾਂ ਪੜ੍ਹ ਲਈਏ ਕਿ ਜਿਨ੍ਹਾਂ ਨਾਲ ਟੋਏ ਵੀ ਭਰੇ ਜਾ ਸਕਣ। ਪੜ੍ਹੀਐ ਜੇਤੇ ਬਰਸ ਬਰਸ, ਬਰਸ ਦਾ ਅਰਥ ਹੁੰਦਾ ਸਾਲ। ਪੜ੍ਹੀਐ ਜੇਤੇ ਮਾਸ, ਮਾਸ ਦਾ ਅਰਥ ਹੁੰਦਾ ਮਹੀਨੇ। ਮਾਲਕ ਜੀ ਕਹਿੰਦੇ ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ। ਹੁਣ ਵੇਖੋ ਕਿੰਨੀ ਉਮਰ ਹੋ ਗਈ, 35 ਸਾਲ 40 ਸਾਲ। ਵੈਸੇ ਤਾਂ ਅੱਜ ਕੋਈ ਕਿਤਾਬ ਤਾਂ ਘੱਟ ਹੀ ਪੜ੍ਹਦਾ ਆ, ਪਰ ਮਾਲਕ ਜੀ ਕਹਿੰਦੇ ਨੇ ਜੇਕਰ ਤੇਰੀ ਉਮਰ ਗੁਜ਼ਰ ਜਾਵੇ, ਸਾਲ ਇੰਨੇ ਸਾਲ ਹੋ ਜਾਣ ਤੈਨੂੰ ਪੜ੍ਹਦਿਆਂ, ਕਹਿੰਦੇ ਪੜ੍ਹੀਐ ਜੇਤੇ ਮਾਸ, ਕਹਿੰਦੇ ਜੇਕਰ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਮਹੀਨੇ ਬਿਤਾ ਦਿੱਤੇ ਜਾਣ। ਪੜ੍ਹੀਐ ਜੇਤੀ ਯਾਰਜਾ, ਪੜ੍ਹੀਐ ਜੇਤੇ ਸਾਸ, ਕਹਿੰਦੇ ਪੁਸਤਕਾਂ ਪੜ੍ਹ ਪੜ੍ਹ ਕੇ ਕਹਿੰਦੇ ਸਾਰੀ ਉਮਰ ਵੀ ਗੁਜ਼ਾਰ ਦਿੱਤੀ ਜਾਵੇ। ਜੇ ਪੜ੍ਹ ਪੜ੍ਹ ਕੇ ਕਹਿੰਦੇ ਉਮਰ ਦੇ ਸਾਰੇ ਸਵਾਸ ਵੀ ਬਿਤਾਏ ਜਾਣ, ਮਾਲਕ ਜੀ ਕਹਿੰਦੇ ਫਿਰ ਵੀ ਤੈਨੂੰ ਰੱਬ ਦੀ ਦਰਗਾਹ ਵਿੱਚੋਂ, ਪ੍ਰਭੂ ਦੀ ਹਜ਼ੂਰੀ ਵਿੱਚੋਂ ਕੁਝ ਵੀ ਨਹੀਂ ਪ੍ਰਾਪਤ ਹੋਣਾ। ਕਿਉਂਕਿ ਨਾਨਕ ਲਿਖੈ ਇੱਕ ਗੱਲ, ਹੋਰ ਹੋਮੈ ਚਖਣਾ ਚਾਖ। ਕਹਿੰਦੇ ਪ੍ਰਭੂ ਦੀ ਦਰਗਾਹ ਵਿੱਚ ਉਹਦੀ ਸਿਫਤ ਸਲਾਹ ਪ੍ਰਵਾਨ ਪੈਂਦੀ, ਭਾਵ ਕਿ ਉਹਦੀ ਵਡਿਆਈ ਤੋਂ ਬਿਨਾਂ ਹੋਰ ਕੋਈ ਉਦਮ ਕਰਨਾ, ਮਾਲਕ ਜੀ ਕਹਿੰਦੇ ਮਨੁੱਖ ਆਪਣੀ ਹਉਮੈ ਦੇ ਵਿੱਚ ਭਟਕਦਾ ਫਿਰਦਾ ਆ। ਸਾਨੂੰ ਸਤਿਗੁਰੂ ਜੀ ਕੋਈ ਕਿਤਾਬਾਂ ਪੜ੍ਹਨ ਤੋਂ ਨਹੀਂ ਰੋਕਦੇ। ਮਾਲਕ ਜੀ ਕਹਿੰਦੇ ਜੇ ਤੂੰ ਉਮਰਾਂ ਵੀ ਗੁਜ਼ਰ ਜਾਣ, ਮਹੀਨੇ ਵੀ ਬਿਤਾ ਦਿੱਤੇ ਜਾਣ, ਗੱਡੀਆਂ ਭਰ ਲਈਆਂ ਜਾਣ, ਇੰਨੀਆਂ ਪੁਸਤਕਾਂ ਪੜ੍ਹ ਲਵੇਂ, ਕਹਿੰਦੇ ਪਰ ਜੇਕਰ ਜੀਵਨ ਅੰਦਰੋਂ ਕਮਾਈ ਨਾ ਕਰੇ ਉਸ ਗਿਆਨ ਦੀ, ਉਹਦੇ ਮੁਤਾਬਕ ਚੱਲੇ ਨਾ, ਤੇ ਹੰਕਾਰ ਕਰੀ ਜਾਵੇਂ ਕਿ ਭਾਈ ਵੇਖੋ ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਮੈਂ ਇੰਨੀ ਪੜ੍ਹਾਈ ਕੀਤੀ ਆ। ਪਾਤਸ਼ਾਹ ਕਹਿੰਦੇ ਨੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਕਹਿੰਦੇ ਹੰਕਾਰ ਦੇ ਵਿੱਚ ਕੜੀ ਜਾ ਰਿਹਾ ਆ।
नफरत अजे भी अंदर आ। झूठ जीवन च अजे भी आ, अजे भी हंकारी बनया फिरदा आ कि मैं इन्ना पढ़ गया, मैं इन्नी पढ़ाई कर ली आ। तो मालिक जी कहते तेरी पढ़ाई का फायदा तां आ जेकर उस पढ़ाई के नाल किसी का भला भी करे, किसी का सवारे भी। जे पढ़ाई करके लोगों को लुटना सीगा, लोगों के नाल करप्शन करनी सी, लोगों नाल धोख धड़ी बेईमानियां ही करनियां सी पढ़ाइयां करके, डिग्रियां करके, तो वह पढ़ाइयां ना ही करता तो चंगा नहीं सीगा। इन्हां ना ही पढ़ता, अनपढ़ ही रहिंदा। तो गुरु प्यार वालिओ, अनपढ़ बंदा हजे तक इन्ना किसी नाल बेईमानी धोखा नहीं करता जिन्ना अज पढ़िया लिखिया बंदा किसी नाल धोखा बेईमानी कर रहा, रिश्वत लै रहा। क्योंकि जिहड़ा जिन्हें ज्ञान प्राप्त किया ना, मान लो जिन्हें ज्ञान प्राप्त कर लिया, जिहदे कोल ज्ञान आ, उहदे वर्गा खतरनाक बंदा कोई नहीं है। जे ज्ञान वाला बंदा बिगड़ जाए ना, उन्होंने कोई नहीं सुधार सकता। क्योंकि जेकर अनपढ़ बंदा बिगड़ जाए, गलत काम कर लग पवे, असी उन्होंने भाई समझावांगे, भाई उन्होंने ज्ञान दे के समझावांगे ना कि भाई आ इस तरह गल तू ना कर, उन्होंने ज्ञान दे के समझावांगे। पर जिहड़ा ज्ञानवान बंदा बिगड़ जाए, असी उन्होंने की कह के समझावांगे? उहदे कोल ज्ञान तो पहले ही सीगा, फिर किहड़ी इहो जी चीज़ है जिहदे करके उन्होंने समझावांगे? जिहड़ा बंदा पढ़िया लिखिया पुठे पासे तुर पवे, वो समाज के वास्ते बड़ा खतरनाक आ। ते अनपढ़ बंदा इन्ना खतरनाक नहीं होंदा। अनपढ़ बंद नूं असी ज्ञान की गल दे के समझा लांगे, पर जिहड़ा पढ़िया लिखिया उन्होंने की कह के समझावांगे? ये हालत जिहड़ी साडी बनी हुई आ, मालिक जी कहंदे तेरा जीवन इहो जिहा बनया होया। कहंदे पातशाह जी कृपा करते हैं, कहंदे तै नर क्या पुराण सुन कीना। कहंदे पुराण धार्मिक पुस्तकां पढ़ के सुन के तू खटिया तो कुछ भी नहीं, कुछ भी प्राप्त नहीं किया। अन पावनी भगत नहीं उपजी। हुण सुखमनी साहिब जी की बाणी का तू पाठ कर लिया, तो तेरी सुखमनी साहिब जी की पढ़ी हुई बाणी का पाठ जिहड़ा कीता होया पाठ तां ही सफला ना, जेकर तू किसी दूजिਆਂ नफरत ना करे, ईर्खा ना करे, निंदिया ना करे, जेकर तू हंकार विच ना आवे, तू आखे ना कि भाई मैं तो इन्ने पाठ कर लिया, मैं तो इन्ने पाठ करदा हाँ जां करदी हाँ। तो पातशाह जी कहंदे फिर इहदे नाल ना ही कर तां चंगी गल आ, क्योंकि तू फिर भी हंकार करना। उहदा पाठ कीता होया किस तरह दा है? जिवें हाथी इशनान करदा ना, हाथी इशनान करके फिर अपने आप को चिक्कड़ च लबेड़ लेंदा आ, ते हाथी दे इशनान करन दा कोई फायदा नहीं होया। उस बंदे का भी इहो जिहा जीवन आ कि जिहड़ा गुरबाणी पढ़ के भी हंकार, निंदिया, चुगली, ईर्खा, नफरत करे, तो समझ लो उन्हें पहला गुरबाणी पढ़ के मन का इशनान कर लिया, फिर विकारां दे विच फिर मन नूं लबेड़ लिया, मैल तां फिर उन्नी चढ़ गई उत्तर। मालिक जी कहंदे ने हुण जीवन के अंदर कहंदे तू ये काम नहीं किया, तेनू फायदा जीवन च कोई नहीं होया। तेरा जीवन उत्थे खड़ा है जिथे पहला खड़ा सी, अज भी उत्थे खड़ा है। जेकर 10 साल पहला तेरा जीवन गलत पासे जा रहा सीगा, नफरत ईर्खा नाल, दूजियां नाल चलाकियां करनियां, ते अज 10 साल बाद भी तू दूजियां नाल चलाकियां कर रहा। 10 सालां दे विच तू पता नहीं किन्नी वारी गुरु दी शरण विच आया होना। 10 सालां विच पता नहीं किन्ने वारी तू घर विच गुरबाणी दे पाठ कराए होने आ, पर वो सारे पाठ जिहड़े निसफले हो गए, उन्हां दा कोई फायदा नहीं होया, क्योंकि तू अपने जीवन नूं सुधारिया नहीं, अपने जीवन के अंदर तब्दीली नहीं लैके आंदी। मालिक जी कहंदे अन पावनी भगत नहीं उपजी, भुखे दान ना दीना। ना कहंदे तू किसी लोड़वंद की सेवा की। गुरु प्यार वालिओ, जिहड़ा ढिड दा भुखा होवे ना, वो तां रज जांदा आ। सानू ये भी वेखना पैना ना जो लोड़वंद की सेवा करनी कि बाकी वो लोड़वंद आ। जिहड़ा बंदा नीयत का भुखा होवे वो नहीं कदी रज सकदा, तू जिन्ना मर्जी यतन कर लवो। तो जिहड़ा ढिड का भुखा होवेगा वो रज जावेगा। जो किसी की सेवा करनी लोड़वंद की वेख्या जावे, भाई ये लोड़वंद आ, नहीं तो अज तो सेवा उन्होंने की जा रही जिहड़े लोड़वंद नहीं होंदे, वो सिर्फ बाहरी तौर पर वेखण नूं लगदे लोड़वंद। एक बारी उन्हों की लोड़ पूरी की जाए, सेवा कर दी, दोबारा फिर आ जाते, भाव कि वो नीयत के भुखे जड़े होंगे उन्होंने कभी रजाया नहीं जा सकता। तो मालिक जी कहते ने लोड़वंद की सेवा भी करनी सी, वो कीती नहीं अपने जीवन के अंदर। कहते काम ना विसरियो, क्रोध ना विसरियो, लोभ ना छुटियो देवा,
ਇੰਨੀਆਂ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥ ਪੜ੍ਹ ਰਿਹਾ ਆ। ਮਾਲਕ ਜੀ ਕਹਿੰਦੇ ਨੇ ਧਾਰਮਿਕ ਪੁਸਤਕਾਂ ਸੁਣ ਕੇ ਵੀ ਨਾ ਤੇਰੇ ਜੀਵਨ ਵਿੱਚੋਂ ਕਾਮ ਵਿਸਰਿਆ, ਵਿਕਾਰਾਂ ਵਾਲੀ ਗੰਦੀ ਬਿਰਤੀ ਖਤਮ ਹੋਈ। ਕਹਿੰਦੇ ਹਰ ਵੇਲੇ ਤੇਰੇ ਜੀਵਨ ਤੋਂ ਖਤਰਾ ਰਹਿੰਦਾ। ਜੇ ਤੂੰ ਧਾਰਮਿਕ ਸਥਾਨ 'ਤੇ ਚਲਾ ਜਾਵੇ ਉੱਥੇ ਵੀ ਖਤਰਾ ਰਹਿੰਦਾ ਕਿ ਭਾਈ ਇੱਕ ਗਲਤ ਕੰਮ ਨਾ ਕਰ ਦੇਵੇ, ਕਿਉਂਕਿ ਵਿਕਾਰਾਂ ਵਾਲੀ ਬਿਰਤੀ ਜੀਵਨ 'ਚ ਕਾਮੀ ਬਿਰਤੀ ਆ। ਘਰ ਦੇ ਵਿੱਚ ਵੀ ਫਿਕਰ ਰਹਿੰਦਾ ਕਿ ਭਾਈ ਇੱਥੇ ਆ ਕੇ ਵੀ ਕੋਈ ਗਲਤ, ਭਾਵ ਕਿ ਤੇਰੇ ਤੋਂ ਸਾਰੇ ਬਚਦੇ ਫਿਰਦੇ ਆ, ਤੇਰੇ ਕੋਲ ਰਹਿ ਕੇ ਕੋਈ ਵੀ ਸੇਫ ਨਹੀਂ ਹੈ। ਕਹਿੰਦੇ ਕ੍ਰੋਧ ਨਾ ਵਿਸਰਿਓ, ਜੀਵਨ 'ਚ ਗੁੱਸਾ ਆ, ਕ੍ਰੋਧ ਆ। ਮਾਲਕ ਜੀ ਕਹਿੰਦੇ ਨਾ ਤਾਂ ਕ੍ਰੋਧ ਤੇਰੇ ਜੀਵਨ 'ਚੋਂ ਗਿਆ, ਲੋਭ ਨਾ ਛੁਟਿਓ ਦੇਵਾ, ਕਹਿੰਦੇ ਨਾ ਤਾਂ ਲੋਭ ਤੇਰੇ ਜੀਵਨ 'ਚ ਮੁੱਕਿਆ, ਲਾਲਚ ਵੀ ਨਹੀਂ ਖਤਮ ਹੋਇਆ, ਅਜੇ ਵੀ ਲਾਲਚ ਪਾਲੀ ਬੈਠਾ ਜੀਵਨ ਦੇ ਵਿੱਚ। ਮਾਲਕ ਜੀ ਕਹਿੰਦੇ ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਕਹਿੰਦੇ ਨਾ ਤਾਂ ਮੂੰਹ ਤੋਂ ਪਰਾਈ ਨਿੰਦਿਆ ਕਰਨ ਦੀ ਆਦਤ ਕਈ। ਹੁਣ ਨਿੰਦਿਆ ਕਰਨ ਨੂੰ ਮਨੁੱਖ ਕਿੰਨਾ ਸਮਾਂ, ਘੰਟਾ 2-2 ਘੰਟੇ ਨਿੰਦਿਆ ਹੀ ਕਰੀ ਜਾ ਰਿਹਾ, 2 ਮਿੰਟ ਬੈਠ ਕੇ ਗੁਰੂ ਦੀ ਬਾਣੀ ਨਹੀਂ ਸੁਣ ਸਕਦਾ। ਤੇ ਜਿੱਥੇ ਲੜਾਈ ਝਗੜੇ ਹੋਣ ਉੱਥੇ ਤਾਂ ਇਕੱਠਾਂ ਦੇ ਇਕੱਠ ਹੋ ਜਾਂਦੇ ਆ, ਜਿੱਥੇ ਗੁਰਬਾਣੀ ਚੱਲ ਰਹੀ ਹੋਵੇ ਉੱਥੇ ਕੋਈ ਵੀ ਆਉਣ ਲਈ ਤਿਆਰ ਨਹੀਂ। ਚੰਗੇ ਕੰਮ ਵਾਸਤੇ ਕੋਈ ਨਹੀਂ ਆਉਂਦਾ, ਚੰਗੇ ਕੰਮ ਵਾਸਤੇ ਆਉਣਗੇ ਪਰ ਥੋੜ੍ਹੇ ਆਉਣਗੇ, ਪਰ ਮਾੜੇ ਕੰਮ ਵਾਸਤੇ ਲੋਕਾਂ ਦੀਆਂ ਭੀੜਾਂ ਲੱਗ ਜਾਂਦੀਆਂ ਨੇ। ਤੇ ਮਾਲਕ ਜੀ ਕਹਿੰਦੇ ਨੇ ਪਰਾਈ ਨਿੰਦਿਆ ਕਰਨ ਦੀ ਆਦਤ ਤੇਰੇ ਮੂੰਹ 'ਚੋਂ ਗਈ ਨਹੀਂ, ਇਸੇ ਮੂੰਹ ਦੇ ਨਾਲ ਗੁਰੂ ਦੀ ਬਾਣੀ ਪੜ੍ਹੀ ਜਾਣਾ, ਇਸੇ ਮੂੰਹ ਦੇ ਨਾਲ ਗੁਰੂ ਨਿੰਦਿਆ ਕਰੀ ਜਾ ਰਿਹਾ ਆ। ਕੰਮ ਤਾਂ ਉੱਥੇ ਖੜਾ ਆ। ਕਹਿੰਦੇ ਨਿਫਲ ਭਈ ਸਭ ਸੇਵਾ, ਕਹਿੰਦੇ ਇਹ ਤੇਰੀ ਸਾਰੀ ਸੇਵਾ ਕਹਿੰਦੇ ਵਿਅਰਥ ਗਈ। ਇਹ ਜਿਹੜੀ ਮਿਹਨਤ ਕੀਤੀ ਨਾ, ਜਿਹੜਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਆਇਆ, ਭਲਿਆ ਵੇ ਕਿੰਨੀ ਮਿਹਨਤ ਕੀਤੀ। ਅੰਮ੍ਰਿਤ ਵੇਲੇ ਉੱਠਿਆ, ਆਪਣੀ ਨੀਂਦ ਨੂੰ ਜਿਹੜਾ ਤੂੰ ਤੋੜਿਆ। ਹੁਣ ਸਵੇਰ ਨੂੰ ਉੱਠਣ ਨੂੰ ਕਿਹੜਾ ਜੀ ਕਰਦਾ, ਅੰਮ੍ਰਿਤ ਵੇਲੇ ਉੱਠਿਆ, ਨਹਾਤਾ, ਇਸ਼ਨਾਨ ਪਾਣੀ ਕੀਤਾ, ਫਿਰ ਗੁਰਦੁਆਰੇ ਆਇਆ, ਗੁਰਦੁਆਰੇ ਆ ਕੇ ਗੁਰੂ ਦੀ ਗੋਦ ਵਿੱਚ ਬੈਠਾ, ਗੁਰਬਾਣੀ ਸੁਣੀ। ਪਰ ਇਹ ਸਫਲੀ ਉਦੋਂ ਹੋਵੇਗੀ ਨਾ ਜੇ ਇੱਥੋਂ ਸੁਣ ਕੇ ਜਾ ਕੇ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੇ। ਹੁਣ ਇੰਨੀ ਤੂੰ ਮਿਹਨਤ ਕੀਤੀ ਆ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇੰਨੀ ਮਿਹਨਤ ਕੀਤੀ, ਪਰ ਉਹ ਮਿਹਨਤ ਸਫਲੀ ਤਾਂ ਆ ਜੇ ਤੂੰ ਨਿੰਦਿਆ ਚੁਗਲੀ ਈਰਖਾ ਗਲਤ ਕੰਮਾਂ ਵਿੱਚ ਨਾ ਪਵੇਂ। ਪਰ ਜੇਕਰ ਤੂੰ ਇਹਨਾਂ ਕੰਮਾਂ ਵਿੱਚ ਪੈ ਗਿਆ ਤੇ ਸਮਝ ਲੈ ਤੇਰੇ ਸਵੇਰੇ ਉੱਠਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ, ਸਮਝ ਲੈ ਤੇਰਾ ਜੀਵਨ 'ਚ ਕੋਈ ਲਾਭ ਨਹੀਂ ਹੋਇਆ। ਕਹਿੰਦੇ ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ, ਕਹਿੰਦੇ ਤੇਰੀ ਸਾਰੀ ਸੇਵਾ ਕਹਿੰਦੇ ਇਹ ਗੁਰਬਾਣੀ ਪੜ੍ਹਨ ਦੀ, ਧਾਰਮਿਕ ਪੁਸਤਕਾਂ ਪੜ੍ਹਨ ਦੀ ਇਹ ਕੀਤੀ ਹੋਈ ਸੇਵਾ ਕਹਿੰਦੇ ਵਿਅਰਥ ਚਲੀ ਗਈ, ਕਿਉਂਕਿ ਨਿੰਦਿਆ ਕਰਨੀ ਤੂੰ ਛੱਡੀ ਨਹੀਂ। ਬਾਟ ਪਾਰ ਘਰ ਮੂੰਹ ਸਬੇਰਾਨੋ, ਬਾਟ ਦਾ ਅਰਥ ਹੁੰਦਾ ਰਸਤਾ, ਕਹਿੰਦੇ ਮੂਸ ਦਾ ਅਰਥ ਹੁੰਦਾ ਠੱਗ। ਮਾਲਕ ਜੀ ਕਹਿੰਦੇ ਪੇਟ ਭਰੇ ਅਪਰਾਧੀ, ਕਹਿੰਦੇ ਪ੍ਰਾਣ ਧਾਰਮਿਕ ਪੁਸਤਕਾਂ ਦੇ ਬੜੇ ਪਾਠ ਸੁਣੇ, ਬੜੀ ਗੁਰਬਾਣੀ ਸੁਣੀ। ਕੇਵਲ ਗੁਰੂ ਪਿਆਰ ਵਾਲੇ ਇੱਥੇ ਸਾਡੀ ਗੱਲ ਨਹੀਂ ਕੀਤੀ, ਚਾਹੇ ਕੋਈ ਵੀ ਧਰਮ ਦੇ ਮਨੁੱਖ ਦੀ ਗੱਲ ਕਰ ਲਈਏ, ਚਾਹੇ ਕਿਸੇ ਵੀ ਗ੍ਰੰਥ ਦੀ ਗੱਲ ਕਰ ਲਈਏ, ਜਿਹੜੇ ਵੀ ਭਾਵ ਕਿ ਇਸ ਪਾਸੇ ਤੁਰੇ ਹੋਏ ਆ ਕਿ ਭਾਈ ਅਸੀਂ ਗੁਰੂ ਦੀ ਬਾਣੀ, ਚਾਹੇ ਕੋਈ ਇਸਲਾਮ ਮਤ, ਚਾਹੇ ਮੁਸਲਮਾਨ, ਚਾਹੇ ਕੋਈ ਈਸਾਈ, ਕੋਈ ਵੀ ਹੈ, ਤੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਸੁਣਨ ਦਾ ਪੜ੍ਹਨ ਦਾ ਫਾਇਦਾ ਤਾਂ ਹੀ ਹੈ ਜੇ ਉਹ ਚੰਗੇ ਕੰਮ ਕਰਨਗੇ। ਕੇਵਲ ਸਤਿਗੁਰੂ ਜੀ ਸਾਨੂੰ ਨਹੀਂ ਆਖਿਆ, ਇਹ ਤਾਂ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਆ। ਮਾਲਕ ਜੀ ਕਹਿੰਦੇ ਨੇ ਪ੍ਰਾਣ ਆਦਿ ਸੁਣ ਕੇ, ਧਾਰਮਿਕ ਗ੍ਰੰਥ ਸੁਣ ਕੇ, ਕਹਿੰਦੇ ਫਿਰ ਪਾਪੀ ਮਨੁੱਖ ਜਿਹੜਾ ਫਿਰ ਵੀ ਡਾਕੇ ਮਾਰ ਕੇ, ਫਿਰ ਵੀ ਤੂੰ ਡਾਕੇ ਮਾਰ ਰਿਹਾ ਆ, ਫਿਰ ਵੀ ਪਰਾਏ ਘਰ ਲੁੱਟ ਰਿਹਾ ਆ, ਆਪਣਾ ਢਿੱਡ ਭਰੀ ਜਾ ਰਿਹਾ ਆ, ਲੱਗ ਕੇ ਡਾਕੇ ਮਾਰ ਕੇ। ਸਤਿਗੁਰੂ ਦੀ ਬਾਣੀ ਸਪਸ਼ਟ ਗੱਲ ਕਰਦੀ ਆ, ਕਹਿੰਦੇ ਬਾਟ ਪਾਰ ਕਰ ਮੂਸ ਬਿਰਾਨੋ, ਕਹਿੰਦੇ ਰਾਹ ਵਿੱਚ ਡਾਕੇ ਮਾਰ ਕੇ, ਬਿਰਾਨੋ ਦਾ ਅਰਥ ਹੁੰਦਾ ਬੇਗਾਨਾ, ਭਾਵ ਕਿ ਪਰਾਏ ਘਰ ਵਿੱਚ ਡਾਕੇ ਮਾਰ ਕੇ ਕਹਿੰਦੇ ਆਪਣਾ ਹੀ ਢਿੱਡ ਭਰੀ ਜਾ। ਪੇਟ ਭਰੇ ਅਪਰਾਧੀ, ਅਪਰਾਧੀ ਦਾ ਮਤਲਬ ਕੀ ਆ ਕਿ ਜਿਹੜਾ ਮਨੁੱਖ ਪਾਪੀ ਹੈ, ਕਹਿੰਦੇ ਅਪਰਾਧੀ ਮਨੁੱਖ ਆਪਣਾ ਹੀ ਢਿੱਡ ਭਰੀ ਜਾ ਰਿਹਾ, ਦੂਜਿਆਂ ਦੇ ਘਰਾਂ 'ਚ ਡਾਕੇ ਮਾਰ ਕੇ। ਡਾਕਾ ਕੇਵਲ ਇਹ ਨਹੀਂ ਕਿ ਚੋਰੀ ਕਰ ਲਈ ਜਾ ਕੇ, ਡਾਕੇ ਦਾ ਬੰਦਾ ਅੱਖਾਂ ਨਾਲ ਵੀ ਮਾਰਦਾ, ਪਰਾਇਆ ਰੂਪ ਤੱਕਦਾ ਆ, ਇਹ ਵੀ ਡਾਕੇ ਮਾਰਨੇ ਆ। ਦੂਜੇ ਦੀ ਕਮਾਈ ਤੇ ਨਿਗਾਹ ਰੱਖਣੀ, ਇਹ ਵੀ ਡਾਕੇ ਮਾਰਨੇ ਆ। ਲਾਲਚ ਕਰਨਾ, ਕਹਿੰਦੇ ਇਹ ਠੱਗੀਆਂ ਮਾਰ ਕੇ, ਬੇਈਮਾਨੀਆਂ ਕਰਕੇ ਆਪਣਾ ਪੇਟ ਭਰੀ ਜਾ ਰਿਹਾ ਆ। ਹੁਣ ਇਹਨੇ ਧਾਰਮਿਕ ਪੁਸਤਕਾਂ ਵੀ ਸੁਣੀਆਂ, ਇਹਨੇ ਸਵੇਰੇ ਉੱਠ ਕੇ ਮੰਦਰ ਵੀ ਗਿਆ, ਮਸਜਿਦ ਵੀ ਗਿਆ, ਤੇ ਗੁਰਦੁਆਰੇ ਵਿੱਚ ਵੀ ਆਇਆ, ਚਰਚ ਵੀ ਗਿਆ, ਫਿਰ ਵੀ ਜਾ ਕੇ ਆ ਕੇ ਉੱਥੋਂ ਇਹ ਸਾਰੇ ਕੰਮ ਕਰ ਰਿਹਾ। ਮਾਲਿਕ ਜੀ ਕਹਿੰਦੇ ਜਿਹੇ ਪਰਲੋਕ ਜਾਏ
ਉਹੀ ਮੂਰਖਤਾ ਕਰਦਾ ਰਿਹਾ ਕਿ ਜਿਸ ਨਾਲ ਕਹਿੰਦੇ ਅਗਲੇ ਜਹਾਨ ਵੀ ਕਹਿੰਦੇ ਤੂੰ ਬਦਨਾਮੀ ਦਾ ਹੀ ਟਿੱਕਾ ਤੈਨੂੰ ਮਿਲਿਆ। ਅਗਲਾ ਜਹਾਨ ਕਿਹੜਾ? ਆਉਣ ਵਾਲਾ ਸਮਾਂ। ਸਾਰੀ ਉਮਰ ਤੋਂ ਉਹੀ ਕੰਮ ਕਰਦਾ ਰਿਹਾ, ਆਉਣ ਵਾਲੇ ਸਮੇਂ ਵਿੱਚ ਤੇਰੀ ਬਦਨਾਮੀ ਹੋਈ, ਆਉਣ ਵਾਲੇ ਸਮੇਂ ਵਿੱਚ ਤੇਰਾ ਜੀਵਨ ਵੀ ਉਹੋ ਜਿਹਾ ਰਿਹਾ, ਤੇਰੇ ਜੀਵਨ 'ਚ ਕੋਈ ਬਦਲਾਅ, ਕੋਈ ਤਬਦੀਲੀ ਆਈ ਨਹੀਂ। ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ। ਕਹਿੰਦੇ ਧਾਰਮਿਕ ਪੁਸਤਕਾਂ ਸੁਣ ਕੇ ਹਿੰਸਾ ਦਾ ਅਰਥ ਹੁੰਦਾ ਨਿਰਦਇਤਾ, ਜੀਵਨ ਦੇ ਵਿੱਚ ਦਇਆ ਵਾਲਾ ਸੁਭਾਅ ਨਹੀਂ ਆਇਆ। ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਧਾਰਮਿਕ ਪੁਸਤਕਾਂ ਸੁਣ ਕੇ ਕਹਿੰਦੇ ਨਾ ਤਾਂ ਤੇਰੇ ਮਨ 'ਚੋਂ ਨਿਰਦਇਤਾ ਗਈ, ਨਾ ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਕੀਤਾ। ਭਾਵ ਕਿ ਤੇਰੇ ਜੀਵਨ 'ਚ ਦਇਆ ਵਾਲਾ ਸੁਭਾਅ ਨਹੀਂ ਆਇਆ। ਨਿਰਦਇਤਾ ਹੁੰਦਾ ਜਿਹਦੇ ਵਿੱਚ ਦਇਆ ਨਾ ਹੋਵੇ, ਜਿਹੜਾ ਕਿਸੇ ਤੇ ਦਇਆ ਨਾ ਕਰੇ। ਹੁਣ ਜਿਹੜਾ ਕਸਾਈ ਹੁੰਦਾ ਉਹ ਜਾਨਵਰ ਤੇ ਦਇਆ ਥੋੜ੍ਹਾ ਕਰਦਾ, ਉਹ ਜਾਨਵਰ ਨੂੰ ਉਸੇ ਵੇਲੇ ਝਟਕਾ ਸੁੱਟਦਾ। ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਬੜੇ ਲੋਕ ਆ ਜਿਹੜੇ ਕਿਸੇ ਤੇ ਦਇਆ ਨਹੀਂ ਕਰਦੇ। ਕੋਈ ਗਰੀਬ ਹੈ ਤੇ ਗੁਰੂ ਪਿਆਰ ਵਾਲੇ ਕਿਵੇਂ ਉਹਨੇ ਪੈਸੇ ਜੋੜੇ, ਇਕੱਠੇ ਕੀਤੇ, ਫਿਰ ਵੀ ਉਹ ਤੋਂ ਰਿਸ਼ਵਤ ਲੈ ਰਿਹਾ ਆ। ਇਹ ਉਹਦੇ ਉੱਤੇ ਤੂੰ ਜ਼ੁਲਮ ਕਰ ਰਿਹਾ, ਤੇਰੇ ਮਨ 'ਚ ਦਇਆ ਨਹੀਂ ਹੈਗੀ। ਜੇ ਕੋਈ ਹੋਰ ਮਨੁੱਖ ਵੀ ਹੈ, ਚਾਹੇ ਸਾਡੇ ਵਿੱਚ ਹੋਰ ਵਿੱਚ ਵੀ ਹੈ, ਜਿਹੜੀ ਦਿਨ ਰਾਤ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ, ਡਿਗਰੀਆਂ ਪ੍ਰਾਪਤ ਕਰ ਲਈਆਂ ਬੱਚਿਆਂ ਨੇ, ਪਰ ਜਦੋਂ ਨੌਕਰੀ ਭਾਲਦੇ ਆ, ਨੌਕਰੀ ਦੇਣ ਵਾਲੇ ਅੱਗੇ ਰਿਸ਼ਵਤ ਮੰਗਦੇ, 10 ਲੱਖ 20 ਲੱਖ 30 ਲੱਖ ਰੁਪਈਆ ਜਮ੍ਹਾਂ ਕਰਵਾਓ ਫਿਰ ਨੌਕਰੀ ਦੇਵਾਂਗੇ। ਇਹ ਕੋਣਾ ਲੋਕ ਜਿਨ੍ਹਾਂ ਅੰਦਰ ਦਇਆ ਨਹੀਂ ਹੈਗੀ, ਜਿਹੜੇ ਕਸਾਈਆਂ ਵਾਂਗ ਲੋਕਾਂ ਨੂੰ ਵੱਢਦੇ ਟੁੱਕਦੇ ਆ, ਕਸਾਈਆਂ ਵਾਂਗ ਲੋਕਾਂ ਨੂੰ ਖਾ ਰਹੇ ਆ। ਜਿਵੇਂ ਕਸਾਈ ਇੱਕ ਜਾਨਵਰ ਤੇ ਦਇਆ ਨਹੀਂ ਕਰਦਾ, ਇਸੇ ਤਰ੍ਹਾਂ ਆ ਜਿਹੜੇ ਸਮਾਜ ਦੇ ਵਿੱਚ ਮਨੁੱਖ ਕਸਾਈ ਬਣੇ ਹੋਏ ਨਾ, ਇਹ ਵੀ ਕਿਸੇ ਤੇ ਦਇਆ ਨਹੀਂ ਕਰਦੇ। ਜੇ ਕਿਸੇ ਗਰੀਬ ਦਾ ਹੱਕ ਮਾਰੇ, ਸਾਡਾ ਜੀਵਨ ਵੀ ਕਸਾਈਆਂ ਵਾਲਾ, ਅਸੀਂ ਵੀ ਉਹ ਤੇ ਦਇਆ ਨਹੀਂ ਕਰ ਰਹੇ, ਉਹਦੇ ਪਰਿਵਾਰ ਵੱਲ ਨਹੀਂ ਵੇਖ ਰਹੇ, ਉਹਦੇ ਬੱਚੇ ਵੱਲ ਨਹੀਂ ਵੇਖ ਰਹੇ। ਤੇ ਮਾਲਕ ਜੀ ਕਹਿੰਦੇ ਨੇ ਤੇਰੇ ਜੀਵਨ 'ਚ ਦਇਆ ਨਹੀਂ। ਗੁਰੂ ਪਿਆਰ ਵਾਲਿਓ, ਦਇਆ ਤਾਂ ਸਾਡੇ ਜੀਵਨ 'ਚ ਜ਼ਰੂਰੀ ਆ। ਮਾਲਕ ਜੀ ਨੇ 5 ਪਿਆਰੇ ਸਾਡੇ ਸਾਹਮਣੇ ਸਾਜੇ ਨੇ। ਭਾਈ ਦਇਆ ਸਿੰਘ, ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਦੀ ਗੱਲ ਕੀਤੀ। ਇਹ 5 ਪਿਆਰਿਆਂ ਦੇ ਨਾਂ ਐਵੇਂ ਨਹੀਂ ਰੱਖ ਦਿੱਤੇ ਗਏ। ਕਹਿੰਦੇ ਜਿਸ ਦੇ ਜੀਵਨ ਅੰਦਰ ਦਇਆ ਹੋਵੇ, ਜਿਸ ਦੇ ਅੰਦਰ ਹਿੰਮਤ ਹੋਵੇ, ਕਹਿੰਦੇ ਜਿਸ ਦੇ ਅੰਦਰ ਧਰਮ ਹੋਵੇ, ਜਿਸ ਦੇ ਅੰਦਰ ਮੁਹਕਮ ਦ੍ਰਿੜਤਾ ਆਵੇ, ਕਹਿੰਦੇ ਉਹਦੇ ਅੰਦਰ ਮਾਲਕ ਵਾਹਿਗੁਰੂ ਆਪ। ਉੱਥੇ ਸਾਹਿਬ ਕਹਿੰਦੇ ਆਪ, ਭਾਈ ਸਾਹਿਬ ਸਿੰਘ ਜੀ, ਜਿੱਥੇ ਇਹ ਸਾਰੇ ਗੁਣ ਆ ਉੱਥੇ ਮਾਲਕ ਵਾਹਿਗੁਰੂ ਆਪ ਜਿਹੜਾ ਹਾਜ਼ਰ ਨਾਜ਼ਰ ਆ, ਉਹਦੇ ਜੀਵਨ 'ਚ ਵਸਿਆ ਹੋਇਆ ਆ। ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਗੁਰੂ ਪਿਆਰ ਵਾਲੇ, ਜੇ ਪਰਿਵਾਰ ਵਿੱਚ ਕਿਤੇ ਵੀ ਕੋਈ ਨੌਕਰ ਚਾਕਰ ਕੰਮ ਕਰਦਾ ਤੇ ਉਹਦਾ ਵੀ ਭਾਵ ਕਿ ਪਿਆਰ ਸਤਿਕਾਰ ਦੇਣਾ, ਪਿਆਰ ਵਾਲਾ ਸਲੂਕ ਕਰਨਾ, ਇਹ ਵੀ ਸਭ ਤੋਂ ਵੱਡੀ ਸੇਵਾ ਆ। ਇੱਕ ਸਭ ਤੋਂ ਵੱਡੀ ਸੇਵਾ ਇਹ ਆ ਕਿ ਜਿਹੜਾ ਬੰਦਾ ਆਪਣੀ ਜ਼ੁਬਾਨ ਨਾਲ ਗਲਤ ਬੋਲਦਾ, ਜੇ ਉਹ ਚੁੱਪ ਰਵੇ ਤੇ ਉਹਦੀ ਵੀ ਬਹੁਤ ਵੱਡੀ ਸੇਵਾ। ਚੁੱਪ ਰਹਿਣਾ ਵੀ ਉਹਦੇ ਵਾਸਤੇ ਬਹੁਤ ਵੱਡੀ ਸੇਵਾ ਆ, ਕਿਉਂਕਿ ਫਿਰ ਆਪਣੀ ਜ਼ੁਬਾਨ ਦੇ ਨਾਲ ਕਿਤੇ ਕੋਈ ਉਹ ਗੰਦਗੀ ਨਹੀਂ ਫੈਲਾਵੇਗਾ, ਮਾੜੇ ਬੋਲ ਨਹੀਂ ਫੈਲਾਵੇਗਾ। ਜੇ ਕੋਈ ਮਾੜੇ ਕੰਮ ਕਰਦਾ, ਜੇ ਉਹ ਜੀਵਨ 'ਚ ਕੰਮ ਨਾ ਕਰੇ, ਇਹ ਵੀ ਬਹੁਤ ਵੱਡੀ ਸੇਵਾ ਆ। ਕੇਵਲ ਚੰਗੇ ਕੰਮ ਕਰਨਾ ਹੀ ਸੇਵਾ ਨਹੀਂ ਹੈ, ਮਾੜੇ ਕੰਮ ਜੀਵਨ 'ਚੋਂ ਤਿਆਗਣੇ ਵੀ, ਇਹ ਵੀ ਬਹੁਤ ਵੱਡੀ ਸੇਵਾ ਆ। ਕਹਿੰਦੇ ਹੁਣ ਵੇਖੋ, ਜਿਹੜਾ ਪਿਆਰ ਦੇ ਨਾਲ ਸਲੂਕ ਕਰਨਾ, ਪਿਆਰ ਦੇ ਨਾਲ ਇੱਕ ਦੂਜੇ ਨਾਲ ਬੈਠਣਾ ਉੱਠਣਾ, ਕਹਿੰਦੇ ਇਹ ਵੀ ਸੇਵਾ। ਇਹ ਵੀ ਕਹਿੰਦੇ ਤੇਰੇ ਜੀਵਨ ਦਾ ਸਲੂਕ ਨਹੀਂ ਰਿਹਾ ਕਿ ਤੂੰ ਵੱਡਿਆਂ ਨਾਲ ਪਿਆਰ, ਛੋਟਿਆਂ ਨਾਲ ਪਿਆਰ, ਰਿਸਪੈਕਟ ਇਹ ਕਿਵੇਂ ਕਰਨੀ ਆ, ਤੇਰੇ ਜੀਵਨ 'ਚੋਂ ਖਤਮ ਹੋ ਗਿਆ। ਇੰਨੇ ਤੂੰ ਧਾਰਮਿਕ ਪੁਸਤਕਾਂ ਦੇ ਪਾਠ ਸੁਣ ਰਿਹਾ, ਪਾਠ ਕਰਾ ਰਿਹਾ ਆ, ਕਹਿੰਦੇ ਤੇਰੇ ਜੀਵਨ ਦਾ ਸਲੀਕਾ ਨਹੀਂ ਹੈਗਾ ਤੈਨੂੰ ਕਿਸੇ ਨਾਲ ਕਿਵੇਂ ਬੋਲਣਾ ਉੱਠਣਾ। ਕਿਉਂਕਿ ਜਿਹੜਾ ਗੁਰੂ ਨਾਲ ਜੁੜਿਆ ਹੋਇਆ, ਹੁਣ ਸਤਿਗੁਰੂ ਜੀ ਆਪਣੇ ਸਿੱਖ ਨੂੰ ਕਹਿੰਦੇ ਆ, ਮਾਲਕ ਜੀ ਕਹਿੰਦੇ ਨੇ, ਕਹਿੰਦੇ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਸਤਿਗੁਰੂ ਜਿਹੜਾ ਆਪਣੇ ਸਿੱਖ ਨੂੰ ਜੀ ਦੇ ਨਾਲ ਬੁਲਾਉਂਦਾ, ਜੀ ਦੇ ਨਾਲ ਆਦਰ ਸਤਿਕਾਰ ਦੇ ਨਾਲ ਬੁਲਾਉਂਦਾ। ਤੇ ਸਾਡਾ ਫਰਜ਼ ਵੀ ਬਣਦਾ ਸੀ ਵੱਡੇ ਨੂੰ ਵੀ ਜੀ ਦੇ ਨਾਲ ਬੁਲਾਈਏ, ਛੋਟੇ ਨਾਲ ਪਿਆਰ ਕਰੀਏ, ਰਿਸਪੈਕਟ ਕਰੀਏ। ਇਹ ਜਿਹੜੀਆਂ ਕਦਰਾਂ ਕੀਮਤਾਂ ਵਾਲੀਆਂ ਗੱਲਾਂ ਨੇ, ਇਹ ਪਿਆਰ ਵਾਲੀਆਂ ਗੱਲਾਂ, ਇਹਨਾਂ ਦੇ ਨਾਲ ਪਿਆਰ ਵੱਧਦਾ ਘਟਦਾ ਨਹੀਂ। ਨਹੀਂ ਤਾਂ ਅੱਜ ਤਾਂ ਸਾਡੀ ਜ਼ੁਬਾਨ 'ਚ ਓਏ ਆ ਮਤਲਬ ਸ਼ਬਦ ਇਹ ਖਤਮ ਹੋ ਗਏ। ਸਾਡੀ ਜ਼ੁਬਾਨ 'ਤੇ ਆ ਸ਼ਬਦ ਆ ਗਏ ਕਿ ਵੱਡੇ ਨੂੰ ਕਿਵੇਂ ਬੁਲਾਉਣਾ, ਛੋਟੇ ਨੂੰ ਕਿਵੇਂ ਰਿਸਪੈਕਟ ਕਰਨੀ। ਇਹ ਵਿਚਾਰਾਂ ਸਾਡੇ 'ਚੋਂ ਖਤਮ ਹੁੰਦੀਆਂ ਜਾ ਰਹੀਆਂ। ਅਗਾਂਹ ਸਾਡੀ ਆਉਣ ਵਾਲੀ ਪੀੜ੍ਹੀ ਵੀ ਉਸ ਤਰ੍ਹਾਂ ਹੀ ਬੋਲ ਰਹੀ ਆ। ਮਾਲਿਕ ਜੀ ਕਹਿੰਦੇ ਨੇ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਮਾਲਿਕ ਜੀ ਬਚਨ ਕਰਦੇ ਨੇ, ਕਹਿੰਦੇ ਹੇ ਪਰਮਾਨੰਦ, ਸਤ ਸੰਗ ਵਿੱਚ ਬੈਠ ਕੇ ਤੂੰ ਕਦੀ ਪ੍ਰਭੂ ਦੀਆਂ ਪਵਿੱਤਰ ਕਰਨ ਵਾਲੀਆਂ ਗੱਲਾਂ ਨਾ ਚਲਾਈਆਂ। ਜਿੱਥੇ ਤੂੰ ਬਹਿਨਾ ਨਾ, ਜਿੱਥੇ 4 ਬੰਦੇ ਜੁੜਦੇ ਆ, ਉੱਥੇ ਗੱਲਾਂ ਕੀ ਹੁੰਦੀਆਂ?
ਲੋਕਾਂ ਦੀਆਂ ਗੱਲਾਂ ਹੁੰਦੀਆਂ, ਫਲਾਣਾ ਬੰਦਾ ਇਦਾਂ ਹੋ ਗਿਆ, ਕਿਸੇ ਦਾ ਜਵਾਈ ਚਲਾ ਗਿਆ, ਕਿਸੇ ਦੀ ਨੂੰਹ ਚਲੀ ਗਈ, ਕਿਸੇ ਦੇ ਘਰ ਵਿੱਚ ਆ ਸਿਆਪਾ ਪੈ ਗਿਆ, ਉੱਥੇ ਆਹੀ ਗੱਲਾਂ ਚੱਲਦੀਆਂ। ਤੇ ਗੁਰੂ ਪਿਆਰ ਵਾਲੇ, ਜੇ ਗੁਰੂ ਦੀ ਗੋਦ ਵਿੱਚ ਆ ਕੇ ਬੈਠੇ ਆ ਤੇ ਗੁਰੂ ਦੀ ਗੋਦ ਵਿੱਚ ਜ਼ਿਆਦਾਤਰ ਵੀ ਇਹੀ ਗੱਲਾਂ ਚੱਲਦੀਆਂ ਕਿ ਭਾਈ ਆਲੇ ਦੁਆਲੇ ਸਮਾਜ ਦੀਆਂ ਗੱਲਾਂ ਚੱਲਦੀਆਂ, ਪਿੰਡ ਵਿੱਚ ਕੀ ਹੋਇਆ ਕੀ ਨਹੀਂ ਹੋਇਆ। ਭਾਵ ਕਿ ਕੋਈ ਬਿਰਲੇ ਆ ਜਿਹੜੇ ਉੱਥੇ ਆ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆ। ਜਿਹੜੇ ਚਾਰ ਬੰਦੇ ਜਿੱਥੇ ਜੁੜੇ ਹੁੰਦੇ ਆ ਉੱਥੇ ਆਲੇ ਦੁਆਲੇ ਨਿੰਦਿਆ ਚੁਗਲੀ ਈਰਖਾਂ ਦੀਆਂ ਗੱਲਾਂ ਚੱਲਦੀਆਂ। ਮਾਲਿਕ ਜੀ ਕਹਿੰਦੇ ਨੇ ਉੱਥੇ ਨਾ ਤਾਂ ਪਵਿੱਤਰ ਕਰਨ ਵਾਲੀਆਂ ਜਿਹੜੀਆਂ ਗੱਲਾਂ ਚਲਾਈਆਂ, ਕਥਾ ਪੁਨੀਤ ਨਾ ਚਾਲੀ, ਨਾ ਤੈਨੂੰ ਕਹਿੰਦੇ ਸਤਸੰਗ ਕਰਨ ਦਾ ਸ਼ੌਂਕ ਪਿਆ। ਕਹਿੰਦੇ ਤੇਰਾ ਧਾਰਮਿਕ ਪੁਸਤਕਾਂ ਵੇਦ ਪੁਰਾਣਾਂ ਨੂੰ ਸੁਣਨਾ ਕਹਿੰਦੇ ਵਿਅਰਥ ਹੈ, ਕਿਉਂਕਿ ਤੇਰੇ ਜੀਵਨ 'ਚ ਤਬਦੀਲੀ ਨਹੀਂ ਆਈ। ਗੁਰੂ ਦੀ ਬਾਣੀ ਸੁਣਨ ਦਾ ਤੇਰੇ ਜੀਵਨ 'ਚ ਫਾਇਦਾ ਉਦੋਂ ਆ, ਪੜ੍ਹਨ ਦਾ ਫਾਇਦਾ ਉਦੋਂ ਆ ਜਦੋਂ ਤੇਰਾ ਜੀਵਨ ਚੇਂਜ ਹੋ ਗਿਆ, ਤਬਦੀਲ ਹੋ ਗਿਆ, ਤੇਰੇ ਜੀਵਨ 'ਚੋਂ ਔਗਣ ਨਿਕਲ ਗਏ, ਤੇਰੇ ਜੀਵਨ 'ਚੋਂ ਨਫ਼ਰਤ ਖਤਮ ਹੋ ਗਈ, ਤੇਰੇ ਜੀਵਨ 'ਚ ਪਿਆਰ ਆ ਗਿਆ, ਤੇਰੇ ਜੀਵਨ 'ਚ ਦੂਜਿਆਂ ਵਾਸਤੇ ਸਤਿਕਾਰ ਆ ਗਿਆ। ਉਦੋਂ ਤੇਰਾ ਇਹ ਗੁਰੂ ਦਾ, ਜੇ ਗੁਰੂ ਦੀ ਬਾਣੀ ਦਾ ਤੂੰ ਇੱਕ ਸ਼ਬਦ ਵੀ ਪੜ੍ਹ ਲਵੇਂ ਨਾ, ਉਹ ਵੀ ਸਫਲ ਆ। ਸੋ ਮਾਲਿਕ ਜੀ ਕਿਰਪਾ ਰਹਿਮਤ ਕਰਨ ਕਿ ਜਿੱਥੇ ਸਾਡੇ ਕੋਲ ਗਿਆਨ ਹੈ, ਕੇਵਲ ਗਿਆਨ ਪ੍ਰਾਪਤ ਕਰਨ ਦੇ ਨਾਲ ਸਾਡਾ ਭਲਾ ਨਹੀਂ ਹੋਣਾ, ਗਿਆਨ ਨੂੰ ਜੀਵਨ 'ਚ ਕਮਾਉਣਾ ਪੈਣਾ ਆ, ਫਿਰ ਸਾਡਾ ਜੀਵਨ ਜਿਹੜਾ ਸਵਰੇਗਾ। ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।